ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਅੱਜ 170 ਨੰਬਰ ਸ਼ਲੋਕ ਤੋਂ ਵਿਚਾਰ ਆਰੰਭ ਕਰ ਰਹੇ ਹਾਂ। ਇਹ ਸ਼ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1373 ਤੇ ਅੰਕਿਤ ਹੈ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ, ਭਾਗ ਬੜੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ। ਇਸ ਸ਼ਲੋਕ ਦਾ ਉਚਾਰਨ ਕਰਨ ਲੱਗਿਆ ਸਮੂਹਾ ਨਹੀਂ ਪੜਨਾ। ਸਮੂਹਾ ਪੜਨ ਦੇ ਨਾਲ ਦੁਲੈਂਕੜ ਬੁਲ ਜਾਣਗੀਆਂ, ਇਸ ਲਈ ਔਂਕੜ ਬੁਲਾਣਾ ਹੈ ਮੰਮੇ ਦੇ ਥੱਲੇ। ਕਬੀਰ ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਪਾਲ ਦਾ ਮਤਲਬ ਹੈਗਾ ਕਿਨਾਰਿਆਂ ਤੱਕ, ਨਕਾ ਨੱਕ ਭਰਿਆ ਹੋਣਾ। ਜਿਵੇਂ ਅਸੀਂ ਕਹਿੰਦੇ ਹਾਂ ਕਿ ਇਹ ਚੀਜ਼ ਨਕਾ ਨੱਕ ਭਰੀ ਹੋਈ ਹੈ, ਕਿਨਾਰਿਆਂ ਤੱਕ, ਉੱਤੋਂ ਤੱਕ, ਕੰਢਿਆਂ ਤੱਕ। ਸਰਵਰ ਦਾ ਮਤਲਬ ਤਲਾਬ। ਜਿਵੇਂ ਤਲਾਬ ਨਕਾ ਨੱਕ ਭਰਿਆ ਹੋਵੇ ਔਰ ਕੋਈ ਪਿਆਸਾ ਉਸ ਸਰੋਵਰ ਦੇ ਕਿਨਾਰੇ ਹੋਵੇ, ਲੇਕਿਨ ਉਹ ਪਾਣੀ ਨਾ ਪੀ ਸਕਦਾ ਹੋਵੇ, ਔਰ ਭਰੇ ਹੋਏ ਨਕਾ ਨੱਕ ਸਰੋਵਰ ਦੇ ਕਿਨਾਰੇ ਤੇ ਪਿਆਸਾ ਤੜਪ ਤੜਪ ਕੇ ਮਰ ਜਾਏ, ਤਾਂ ਕਿੰਨੀ ਬਦਕਿਸਮਤੀ ਹੈ ਨਾ, ਕਿੰਨਾ ਵੱਡਾ ਦੁਖਾਂਤ ਹੈ। ਕਬੀਰ ਜੀ ਇਹ ਪ੍ਰਮਾਣ ਲੈ ਕੇ ਸਾਨੂੰ ਸਮਝਾ ਰਹੇ ਨੇ ਕਿ ਸਰੋਵਰ ਜੋ ਹੈ ਕੰਢਿਆਂ ਤੱਕ ਨਕਾ ਨੱਕ ਪਾਣੀ ਦੇ ਨਾਲ ਭਰਿਆ ਪਿਆ ਹੈ, ਸੁੱਖ ਨਾਲ, ਸ਼ਾਂਤੀ ਨਾਲ, ਗੁਣਾਂ ਦੇ ਨਾਲ। ਲੇਕਿਨ ਦਾਵੇ ਦਾਝਨ ਹੋਤ ਹੈ, ਜੋ ਪਿਛਲੇ ਸੀ ਸ਼ਲੋਕ ਪੜ੍ਹੇ ਆ, ਵਿਕਾਰਾਂ ਦੇ ਕਾਰਨ ਪੀ ਨਾ ਸਕੇ ਕੋਈ ਨੀਰ। ਇਸ ਪਾਣੀ ਨੂੰ ਕੋਈ ਪੀ ਨਹੀਂ ਸਕਦਾ। ਪੀ ਨਹੀਂ ਸਕਦਾ ਦਾ ਮਤਲਬ ਪੀਣ ਤੋਂ ਵਾਂਝਾ ਹੈ। ਹੁਣ ਕਿਹੜਾ ਹੈ ਸਰੋਵਰ ਜੋ ਨਕਾ ਨੱਕ ਭਰਿਆ ਹੋਇਆ ਹੈ? ਹਰ ਇਨਸਾਨ ਦੇ ਅੰਦਰ ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਰਤਾ, ਸੇਵਾ, ਨਿਰਭੈਤਾ, ਨਿਰਵੈਰਤਾ, ਇਨਸਾਨੀਅਤ, ਪ੍ਰੇਮ ਆਦਿਕ ਸ਼ੁਭ ਗੁਣ ਭਰੇ ਪਏ ਨੇ। ਹਰ ਇੱਕ ਦੇ ਅੰਦਰ ਹੈ ਨੇ। ਦੁਨੀਆ ਦਾ ਕੋਈ ਇੱਕ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਮੇਰੇ ਅੰਦਰ ਇਹ ਗੁਣ ਨਹੀਂ ਹਨ ਜਾਂ ਮੈਂ ਇਹਨਾਂ ਦੀ ਵਰਤੋਂ ਨਹੀਂ ਕਰ ਸਕਦਾ। ਇੱਕ ਵੀ ਨਹੀਂ ਕਹਿ ਸਕਦਾ। ਲੇਕਿਨ ਕਬੀਰ ਜੀ ਕਹਿੰਦੇ ਨੇ ਵੀ ਨਕਾ ਨੱਕ ਸਰੋਵਰ ਭਰਿਆ ਹੋਵੇ ਤੇ ਕੋਈ ਉਹਨੂੰ ਪੀ ਨਾ ਸਕਦਾ ਹੋਵੇ, ਮਾਣਦਾ ਨਾ ਹੋਵੇ, ਤਾਂ ਇਹ ਬਦਕਿਸਮਤੀ ਹੈ। ਪਹਿਲੀ ਗੱਲ ਕਿ ਇਹ ਸੰਸਾਰ ਵੱਲ ਚਾਰ ਚਫੇਰੇ ਦੇਖੋ। ਅਸੀਂ ਸੁੱਖ ਚਾਹੁੰਦੇ ਹਾਂ ਨਾ, ਸਾਨੂੰ ਪਿਆਰ ਮਿਲੇ, ਸੁੱਖ ਮਿਲੇ, ਮੁਕਤੀ ਮਿਲੇ। ਇਹ ਤਿੰਨ ਕੁ ਚੀਜ਼ਾਂ ਹਰ ਇਨਸਾਨ ਚਾਹੁੰਦਾ ਹੈ। ਸੰਸਾਰ ਵੱਲ ਜਦੋਂ ਅਸੀਂ ਝਾਤ ਮਾਰਦੇ ਆ ਤਾਂ ਇੱਥੇ ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼ ਗੰਗਾਵਾਂ, ਕਿੰਨਾ ਵੱਡਾ ਯੂਨੀਵਰਸ ਹੈ। ਫਿਰ ਇਸ ਧਰਤੀ ਦੇ ਉੱਤੇ ਨਦੀਆਂ, ਨਾਲੇ, ਝੀਲਾਂ, ਦਰਿਆ, ਝਰਨੇ, ਪਹਾੜ, ਵਨਸਪਤੀ, ਪਸ਼ੂ ਪੰਛੀ, ਮਨੁੱਖ ਮਾਤਰ ਆਦਿਕ, ਕਿੰਨੀ ਸੁੰਦਰਤਾ ਹੈ। ਫਿਰ ਇਸ ਧਰਤੀ ਦੇ ਉੱਤੇ ਹਜ਼ਾਰਾਂ ਕਿਸਮ ਦਾ ਅੰਨ, ਹਜ਼ਾਰਾਂ ਕਿਸਮ ਦੇ ਫਲ ਔਰ ਫੁੱਲ ਨੇ ਛਕਣ ਛਕਾਉਣ ਵਾਸਤੇ। ਫਿਰ ਮਨੁੱਖ ਨੂੰ ਕਿੰਨੀ ਵੱਡੀ ਮੈਮਰੀ ਦਿੱਤੀ ਹੈ, ਕਿੰਨਾ ਵੱਡਾ ਦਿਮਾਗ ਦਿੱਤਾ ਹੈ ਕਿ ਇਹ ਦਿਮਾਗ ਦੀ ਜਿੰਨੀ ਮਰਜ਼ੀ ਵਰਤੋਂ ਕਰਕੇ ਕੁਝ ਵੀ ਖੋਜ ਸਕਦਾ ਹੈ। ਫਿਰ ਇਸ ਧਰਤੀ ਦੇ ਅੰਦਰ ਸੋਨੇ ਦੀਆਂ ਖਾਨਾਂ, ਚਾਂਦੀ ਦੀਆਂ ਖਾਨਾਂ, ਅਬਰਕ ਦੀਆਂ ਖਾਨਾਂ, ਲਵਣੀਏ ਪਦਾਰਥ, ਛਾਰੀਏ ਪਦਾਰਥ, ਤੈਲੀਏ ਪਦਾਰਥ, ਪੈਟਰੋਲੀਅਮ ਪਦਾਰਥ, ਕਿੰਨਾ ਕੁਝ ਭਰਿਆ ਪਿਆ ਹੈ। ਫਿਰ ਮਨੁੱਖ ਦੇ ਅੰਦਰ ਸਾਰੇ ਦੇ ਸਾਰੇ ਗੁਣ ਮੌਜੂਦ ਨੇ। ਇੰਨੇ ਸੁੱਖਾਂ ਦੇ ਸਾਧਨ ਹੁੰਦਿਆਂ ਹੋਇਆਂ ਚਾਰ ਚੁਫੇਰੇ, ਤੇ ਫਿਰ ਵੀ ਬੰਦਾ ਇਹਨਾਂ ਸੁੱਖਾਂ ਨੂੰ, ਇਹਨਾਂ ਗੁਣਾਂ ਨੂੰ ਨਾ ਮਾਣੇ ਤਾਂ ਫਿਰ ਬਦਕਿਸਮਤੀ ਹੋ ਗਈ ਨਾ। ਇਹ ਵੱਡਾ ਦੁਖਾਂਤ ਹੈ ਕਿ ਸਰੀਰ ਸਰੋਵਰ ਜਾਂ ਸੰਸਾਰ ਸਰੋਵਰ ਸੁੱਖਾਂ ਦੇ ਨਾਲ, ਸ਼ੁਭ ਗੁਣਾਂ ਦੇ ਨਾਲ ਭਰਿਆ ਹੋਇਆ ਹੈ, ਆਤਮਿਕ ਜੀਵਨ ਦੇ ਨਾਲ। ਲੇਕਿਨ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਦੇ ਵਿੱਚ ਬਿਰਤੀ ਹੋਣ ਕਰਕੇ ਮਨੁੱਖ ਇਹਨਾਂ ਸ਼ੁਭ ਗੁਣਾਂ ਦੀ ਵਰਤੋਂ ਨਹੀਂ ਕਰ ਪਾ ਰਿਹਾ। ਇਹ ਸ਼ਾਂਤੀ ਵਾਲੇ ਜਲ ਨੂੰ ਪੀ ਨਹੀਂ ਰਿਹਾ, ਮਾਣ ਨਹੀਂ ਸਕਦਾ। ਮਾਨਣਾ ਚਾਹੀਦਾ ਹੈ। ਕਬੀਰ ਜੀ ਕਹਿੰਦੇ ਨੇ ਭਾਗ ਬੜੇ ਤੈਂ ਪਾਇਓ। ਇਹ ਤੈ ਸ਼ਬਦ ਨੂੰ ਤੈ ਨਹੀਂ ਪੜਨਾ, ਬਿੰਦੀ ਲਗਾ ਕੇ ਪੜਨਾ ਹੈ ਤੈਂ। ਤੈਂ ਦਾ ਮਤਲਬ ਤੂੰ।
ਭਾਗ ਬੜੇ ਤੈਂ ਪਾਇਓ, ਤੂੰ ਭਰ ਭਰ ਪੀਓ ਕਬੀਰ। ਹੁਣ ਕਬੀਰ ਜੀ ਕਹਿੰਦੇ ਨੇ ਕਿ ਚੰਗੇ ਭਾਗਾਂ ਦੇ ਨਾਲ ਹੀ ਕਬੀਰ ਤੈਨੂੰ ਇਹ ਜਲ ਮਿਲਿਆ ਹੈ ਸ਼ੁਭ ਗੁਣਾਂ ਦਾ, ਪ੍ਰਭੂ ਦੇ ਹੁਕਮ ਵਿੱਚ ਰਹਿਣਾ, ਰੱਬੀ ਰਜ਼ਾ ਵਿੱਚ ਤੁਰਨਾ, ਰੱਬੀ ਗੁਣਾਂ ਦੀ ਵਰਤੋਂ ਕਰਕੇ ਸੁਖ ਸ਼ਾਂਤੀ ਆਨੰਦ ਖੇੜਾ ਮਾਨਣਾ। ਤੈਨੂੰ ਇਹ ਸ਼ੁਭ ਗੁਣਾਂ ਦੀ ਵਰਤੋਂ ਮਿਲੀ ਹੈ, ਆਤਮਿਕ ਜੀਵਨ ਦੇਣ ਵਾਲਾ ਪ੍ਰਭੂ ਦੇ ਹੁਕਮ ਦੀ ਤੈਨੂੰ ਸੂਝ ਆਈ ਹੈ, ਤੂੰ ਇਹਨੂੰ ਭਰ ਭਰ ਕੇ ਪੀ। ਹਰ ਸਵਾਸ ਦੇ ਨਾਲ, ਹਰ ਸਮੇਂ, ਹਰ ਪਲ ਇਹਨਾਂ ਸ਼ੁਭ ਗੁਣਾਂ ਨੂੰ ਗਾ ਔਰ ਆਨੰਦ ਦਾ ਜਿਹੜਾ ਜੀਵਨ ਹੈ ਉਹ ਬਤੀਤ ਕਰ। ਤਾਂ ਇਸ ਪਾਵਨ ਸ਼ਲੋਕ ਰਾਹੀਂ ਸਾਡੀ ਇੱਕ ਬਹੁਤ ਵੱਡੀ ਭੁੱਲ ਸਾਡੇ ਸਾਹਮਣੇ ਰੱਖੀ ਜਾ ਰਹੀ ਹੈ ਕਿ ਇਸ ਸੰਸਾਰ ਦੇ ਅੰਦਰ ਚਾਰ ਚੁਫੇਰੇ ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਦਾ ਹਰ ਸਾਧਨ ਮੌਜੂਦ ਹੈ। ਹਰ ਇਨਸਾਨ ਦੇ ਅੰਦਰ ਸੁਖ ਸ਼ਾਂਤੀ ਵਾਸਤੇ ਸ਼ੁਭ ਗੁਣ ਮੌਜੂਦ ਨੇ। ਹਰ ਇੱਕ ਦੇ ਅੰਦਰ ਇਹ ਪੋਸੀਬਿਲਿਟੀ ਹੈ, ਹਰ ਇੱਕ ਦੇ ਅੰਦਰ ਇਹ ਸਮਰੱਥਾ ਔਰ ਤਾਕਤ ਹੈ, ਲੇਕਿਨ ਬੰਦਾ ਇਹਨਾਂ ਦੀ ਵਰਤੋਂ ਨਹੀਂ ਕਰ ਰਿਹਾ। ਅਗਿਆਨਤਾਵਸ਼ ਜਾਂ ਜਾਣ ਬੁੱਝ ਕੇ ਬੇਸਮਝੀ ਦੇ ਕਾਰਨ ਇਹ ਕਾਮ ਕ੍ਰੋਧ ਲੋਭ ਮੋਹ ਦੀ ਅੱਗ ਦੇ ਅੰਦਰ ਸੜ ਰਿਹਾ ਹੈ। ਤਾਂ ਸਾਨੂੰ ਇਥੋਂ ਸੰਦੇਸ਼ ਦਿੱਤਾ ਜਾ ਰਿਹਾ ਹੈ, ਉਪਦੇਸ਼ ਦਿੱਤਾ ਜਾ ਰਿਹਾ ਹੈ ਕਿ ਪਿਆਰਿਓ, ਇਹਨਾਂ ਸ਼ੁਭ ਗੁਣਾਂ ਨੂੰ ਵਰਤੋਂ ਵਿੱਚ ਲਿਆਓ। ਆਪਣੇ ਜੀਵਨ ਦੀ, ਸੰਸਾਰ ਦੀ, ਸਮਾਜ ਦੀ, ਵਸਤੂਆਂ ਦੀ ਬਿਲਕੁਲ ਸਹੀ ਵਰਤੋਂ ਕਰੋ ਤਾਂ ਤੁਹਾਡਾ ਜੀਵਨ ਵੀ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਇਹਨੂੰ ਪੀਓ, ਇਹਨੂੰ ਮਾਣੋ। ਕਬੀਰ ਪ੍ਰਭਾਤੇ ਤਾਰੇ ਖਿਸਹਿ, ਤਿਉ ਇਹ ਖਿਸੈ ਸ਼ਰੀਰ। ਖਿਸਹਿ ਸ਼ਬਦ ਦੇ ਹਾਹੇ ਨਾਲ ਸਿਹਾਰੀ ਹੈ ਤੇ ਆਪਾਂ ਰੋਜ਼ ਵਿਚਾਰ ਰਹੇ ਹਾਂ, ਜਦੋਂ ਵੀ ਕਿਸੇ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਦੇ ਨਾਲ ਸਿਹਾਰੀ ਹੋਵੇ ਤਾਂ ਆਮ ਕਰਕੇ ਉਹ ਬਹੁਵਚਨੀ ਸ਼ਬਦ ਹੁੰਦਾ ਹੈ। ਉਸ ਦਾ ਉਚਾਰਨ ਨਾਸਕੀ ਹੋਏਗਾ, ਬਿੰਦੀ ਲਗਾ ਕੇ। ਕਬੀਰ ਪ੍ਰਭਾਤੇ ਤਾਰੇ ਖਿਸਹਿ। ਖਿਸਹਿ ਦਾ ਮਤਲਬ ਖਿਸਕ ਜਾਂਦੇ ਨੇ, ਖਤਮ ਹੋ ਜਾਂਦੇ ਨੇ, ਉਹਨਾਂ ਦੀ ਰੋਸ਼ਨੀ ਮਧਮ ਪੈ ਜਾਂਦੀ ਹੈ। ਕਿਉਂ ਇਹ ਖਿਸੈ ਸ਼ਰੀਰ। ਹੁਣ ਇਹਨੂੰ ਇਹੋ ਨਹੀਂ ਪੜਨਾ, ਕਿਉਂਕਿ ਆਮ ਕਰਕੇ ਜਦੋਂ ਅਸੀਂ ਪਾਠ ਕਰਦੇ ਹਾਂ ਤਾਂ ਹਾਹੇ ਥੱਲੇ ਲੱਗਾ ਹੋਇਆ ਔਂਕੜ ਆਮ ਕਰਕੇ ਹਰ ਇਨਸਾਨ, ਹਰ ਵੀਰ ਭੈਣ ਬੁਲਾਉਂਦਾ ਹੈ ਔਰ ਇਹ ਸਮਝਾ ਦਿੱਤਾ ਜਾਂਦਾ ਹੈ ਕਿ ਹਾਹੇ ਦੇ ਜੇ ਅਖੀਰਲੇ ਹਾਹੇ ਨੂੰ ਔਂਕੜ ਲੱਗਾ ਹੋਵੇ ਤਾਂ ਉਹ ਬੁਲਾਣਾ ਹੈ। ਪਰ ਇਹ ਯਾਦ ਰੱਖਣਾ, ਹਰ ਥਾਂ ਤੇ ਨਹੀਂ ਬੁਲਾਣਾ। ਜਦੋਂ ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਥੱਲੇ ਔਂਕੜ ਆਏ ਨਾ, ਉਦੋਂ ਔਂਕੜ ਦਾ ਉਚਾਰਨ ਕਰਨਾ ਹੈ। ਕਿਉਂਕਿ ਜਦੋਂ ਕਿਰਿਆਵਾਚੀ ਹਾਹੇ ਦੇ ਥੱਲੇ, ਅਖੀਰਲੇ ਹਾਹੇ ਥੱਲੇ ਔਂਕੜ ਆਏਗਾ ਤਾਂ ਆਮ ਕਰਕੇ ਉਹ ਸ਼ਬਦ ਬਹੁਵਚਨੀ ਹੋਏਗਾ, ਉੱਥੇ ਉਸ ਦਾ ਉਚਾਰਨ ਕੀਤਾ ਜਾਏਗਾ। ਪਰ ਜਦੋਂ ਨਾਮ, ਨਾਉਨ ਯਾਨੀ ਸੰਗਿਆ ਦੇ ਆਖਰੀ ਹਾਹੇ ਥੱਲੇ ਔਂਕੜ ਆਏਗਾ, ਉਹਦਾ ਉਚਾਰਨ ਨਹੀਂ ਹੋਏਗਾ, ਕਿਉਂਕਿ ਉਹ ਆਮ ਕਰਕੇ ਇੱਕ ਵਚਨੀ ਸ਼ਬਦ ਹੁੰਦਾ ਹੈ। ਤਾਂ ਇੱਥੇ ਇਹ ਸ਼ਬਦ ਨਾਉਨ ਹੈ, ਇਸ ਕਰਕੇ ਇੱਕ ਵਚਨੀ ਸ਼ਬਦ ਹੈ, ਇਹਦਾ ਉਚਾਰਨ ਜਿਹੜਾ ਉਹ ਨਹੀਂ ਕੀਤਾ ਜਾਏਗਾ। ਇਹ ਇੱਕ ਵਚਨੀ ਸ਼ਬਦ ਹੈ। ਜਿਵੇਂ ਜਪਜੀ ਸਾਹਿਬ ਜੀ ਦੇ ਵਿੱਚ ਅਸੀਂ ਪੜ੍ਹਦੇ ਨਾ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ। ਉੱਥੇ ਜਾਹੋ, ਖਾਹੋ, ਆਵਹੋ, ਜਾਹੋ, ਉੱਥੇ ਔਂਕੜ ਬੁਲਾਣਾ ਹੈ, ਕਿਉਂਕਿ ਉਹ ਕਿਰਿਆਵਾਚੀ ਸ਼ਬਦ ਹੈ। ਪਰ ਜਦੋਂ ਕਿਸੇ ਨਾਉਨ ਦੇ ਆਖਰੀ ਅੱਖਰ ਥੱਲੇ ਔਂਕੜ ਆਵੇ ਉਦੋਂ ਨਹੀਂ ਬੁਲਾਣਾ, ਕਿਉਂਕਿ ਉਹ ਇੱਕ ਵਚਨੀ ਸ਼ਬਦ ਹੁੰਦਾ ਹੈ। ਜਿਵੇਂ ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ। ਇੱਥੇ ਸੱਜਣ ਸੱਚਾ ਪਾਤਸ਼ਾਹ, ਪਾਤਸ਼ਾਹ ਜੋ ਸ਼ਬਦ ਹੈ ਪੁਲਿੰਗ ਵੀ ਹੈ ਔਰ ਇੱਕ ਵਚਨੀ ਸਿੰਗੂਲਰ ਵੀ ਹੈ। ਸਿਰ ਸ਼ਾਹਾਂ ਦੇ ਸ਼ਾਹ, ਸ਼ਾਹ ਸ਼ਬਦ ਇੱਥੇ ਪੁਲਿੰਗ ਹੈ ਔਰ ਇੱਕ ਵਚਨੀ ਹੈ। ਵੇਸਾ ਸ਼ਬਦ ਇੱਕ ਵਚਨੀ ਹੈ, ਇਸ ਕਰਕੇ ਉੱਥੇ ਉਚਾਰਨ ਨਹੀਂ ਕਰਨਾ। ਤਾਂ ਇਸ ਪਾਵਨ ਸ਼ਲੋਕ ਦਾ ਉਚਾਰਨ ਇਸ ਤਰ੍ਹਾਂ ਹੋਏਗਾ, ਕਬੀਰ ਪ੍ਰਭਾਤੇ ਤਾਰੇ ਖਿਸਹਿ, ਤਿਉ ਇਹ ਖਿਸੈ ਸ਼ਰੀਰ। ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਜਿਵੇਂ ਪ੍ਰਭਾਤੇ ਦਾ ਮਤਲਬ ਪ੍ਰਭਾਤ ਹੋਣ ਵੇਲੇ ਸੂਰਜ ਚੜ੍ਹਨ ਤੇ ਆਉਂਦਾ ਹੈ, ਤਾਂ ਸੂਰਜ ਦੇ ਤੇਜ ਚਾਨਣ ਕਰਕੇ ਖਿਸੈ ਦਾ ਮਤਲਬ ਜੋ ਤਾਰੇ ਨੇ ਉਹ ਮਧਮ ਪੈ ਜਾਂਦੇ ਨੇ, ਤਾਰਿਆਂ ਦਾ ਚਾਨਣਾ ਘਟਦਾ ਜਾਂਦਾ।
क्यों यह खिसे शरीर, त्यों का मतलब उसी तरह जो दावे दाजन है, मेर तेर दे वितकरे ने, ਕਾਮ ਕ੍ਰੋਧ ਆਦਿਕ ਦੀ ਅਗਨ ਹੈ, ਇਹਨਾਂ ਦੀ ਤਪਸ਼ ਹੇਠਾਂ ਖਿਸੈ ਸਰੀਰ ਦਾ ਮਤਲਬ ਇਹ ਸਰੀਰ ਕਮਜ਼ੋਰ ਹੋਈ ਜਾਂਦਾ ਹੈ, ਯਾਨੀ ਇਹਦੇ ਵਿੱਚੋਂ ਆਤਮਿਕ ਲੋ ਘਟ ਜਾਂਦੀ ਹੈ। ਗਿਆਨ ਇੰਦਰੀਆਂ ਵਿੱਚੋਂ ਪ੍ਰਭੂ ਵਾਲੇ ਪਾਸੇ ਦੀ ਜਿਹੜੀ ਪ੍ਰੇਰਨਾ ਹੈ ਉਹ ਘਟਦੀ ਜਾਂਦੀ ਹੈ। ਤਾਂ ਇਸ ਸ਼ਲੋਕ ਨੂੰ ਆਪਾਂ ਫਿਰ ਸਮਝੀਏ ਕਿ ਜਿਵੇਂ ਪ੍ਰਭਾਤ ਹੋਣ ਵੇਲੇ ਸੂਰਜ ਦੇ ਚੜ੍ਹਨ ਦੇ ਨਾਲ ਸੂਰਜ ਦੇ ਤੇਜ ਪ੍ਰਕਾਸ਼ ਕਾਰਨ ਤਾਰਿਆਂ ਦੀ ਲੋ ਮਧਮ ਪੈ ਜਾਂਦੀ ਹੈ, ਕਿਉਂ ਇਹ ਖਿਸੇ ਸਰੀਰ ਤਿਵੇਂ ਦਾਵੇ ਦਾਝਨ ਕਰਕੇ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹਨਾਂ ਵਿਕਾਰਾਂ ਦੀ ਅਗਨ ਕਰਕੇ ਇਹ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ। ਯਾਨੀ ਇੱਥੇ ਕਮਜ਼ੋਰ ਹੋਣ ਦਾ ਮਤਲਬ ਹੈ ਕਿ ਇਸ ਸਰੀਰ ਦੇ ਅੰਦਰੋਂ, ਮਨ ਚੋਂ, ਦਿਮਾਗ ਦੇ ਵਿੱਚੋਂ ਜੋ ਪ੍ਰਭੂ ਵਾਲੇ ਪਾਸੇ, ਗੁਣਾ ਵਾਲੇ ਪਾਸੇ ਦੀ ਜੋ ਸੱਤਿਆ ਹੈ ਉਹ ਘਟਦੀ ਜਾਂਦੀ ਹੈ। ਆਤਮਿਕ ਜੀਵਨ ਕਮਜ਼ੋਰ ਹੋਈ ਜਾਂਦਾ ਹੈ। ਇਹ ਬੰਦਾ ਆਤਮਿਕ ਮੌਤ ਤੇ ਮਰਦਾ ਜਾਂਦਾ ਹੈ। ਇਹ ਦੋਏ ਅੱਖਰ ਨਾ ਖਿਸੈ ਸੋ ਗਹਿ ਰਹਿਓ ਕਬੀਰ। ਦੋਏ ਅੱਖਰ ਦਾ ਮਤਲਬ ਰਾਮ, ਰੱਬ। ਦੋਏ ਅੱਖਰ ਦਾ ਮਤਲਬ ਜੋ ਪ੍ਰਭੂ ਦੇ ਗੁਣ ਨੇ, ਰੱਬ। ਇੱਕ ਪ੍ਰਭੂ ਦਾ ਨਾਮ, ਰੱਬ ਦਾ ਜੋ ਹੁਕਮ ਹੈ, ਜੋ ਰੱਬੀ ਗੁਣ ਨੇ, ਨਾ ਖਿਸੈ, ਇਹ ਤਪਸ਼ ਦੀ ਅਸਰ ਤੋਂ ਪਰੇ ਰਹਿੰਦੀਆਂ ਨੇ। ਸੋ ਗਹਿ ਰਹਿਓ ਕਬੀਰ, ਕਬੀਰ ਨੇ ਉਹਨਾਂ ਗੁਣਾਂ ਨੂੰ ਸਾਂਭਿਆ ਹੋਇਆ ਹੈ। ਗਹਿ ਰਹਿਓ ਦਾ ਮਤਲਬ ਸਾਂਭੀ ਬੈਠਾ ਹੈ। ਕਬੀਰ ਨੇ ਉਹਨਾਂ ਗੁਣਾਂ ਨੂੰ ਸਾਂਭਿਆ ਹੋਇਆ ਹੈ, ਰੱਬੀ ਗੁਣ ਜਿਹੜੇ ਨੇ, ਜਿਹੜੇ ਇਹਨਾਂ ਵਿਕਾਰਾਂ ਦੀ ਅੱਗ ਦੇ ਅੱਗੇ ਮਧਮ ਨਹੀਂ ਪੈਂਦੇ। ਯਾਨੀ ਜਿੱਥੇ ਰੱਬੀ ਗੁਣ ਹੋਣਗੇ ਨਾ, ਉੱਥੇ ਵਿਕਾਰਾਂ ਦੀ ਜੋ ਅੱਗ ਹੈ ਉਹ ਅਸਰ ਨਹੀਂ ਕਰੇਗੀ। ਉਸ ਬੰਦੇ ਦਾ ਆਤਮਿਕ ਜੀਵਨ ਕਮਜ਼ੋਰ ਨਹੀਂ ਹੋਏਗਾ, ਉਹਦੀ ਆਤਮਿਕ ਮੌਤ ਨਹੀਂ ਹੋਵੇਗੀ। ਐਸਾ ਬੰਦਾ ਆਚਰਣਕ ਤੌਰ ਤੇ ਨਹੀਂ ਗਿਰੇਗਾ, ਉਹਦੇ ਅੰਦਰੋਂ ਕਦੇ ਵੀ ਇਨਸਾਨੀਅਤ ਨਹੀਂ ਮੁੱਕੇਗੀ। ਤਾਂ ਇਸ ਪਾਵਨ ਸ਼ਲੋਕ ਰਾਹੀਂ ਕਬੀਰ ਸਾਹਿਬ ਜੀ ਸਾਨੂੰ ਜੀਣ ਦਾ ਇੱਕ ਢੰਗ ਦੇ ਰਹੇ ਨੇ ਕਿ ਜਿਹੜੇ ਲੋਕ ਵਿਕਾਰਾਂ ਦੇ ਅੰਦਰ ਖਚਤ ਰਹਿੰਦੇ ਨੇ, ਉਹਨਾਂ ਦੇ ਅੰਦਰੋਂ ਆਤਮਿਕ ਸੱਤਿਆ ਘਟਦੀ ਜਾਂਦੀ ਹੈ, ਉਹਨਾਂ ਦਾ ਆਤਮਿਕ ਜੀਵਨ ਖਤਮ ਹੁੰਦਾ ਜਾਂਦਾ ਹੈ, ਸ਼ੁਭ ਗੁਣਾਂ ਵੱਲ ਦੀ ਲਗਨ ਖਤਮ ਹੁੰਦੀ ਜਾਂਦੀ ਹੈ। ਉਹ ਲੋਕ ਦੁਖੀ ਔਰ ਅਸ਼ਾਂਤ ਰਹਿੰਦੇ ਨੇ, ਆਤਮਿਕ ਮੌਤ ਤੇ ਮਰ ਜਾਂਦੇ ਨੇ। ਪਰ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਧਾਰਨ ਕੀਤਾ ਹੋਇਆ ਹੈ, ਜੋ ਰੱਬੀ ਰਜਾ ਭਾਣੇ ਵਿੱਚ ਤੁਰਦੇ ਨੇ, ਉਹਨਾਂ ਦੇ ਉੱਤੇ ਇਹ ਦਾਵੇ ਦਾਝਨ ਤੇ ਹੋਰ ਜੋ ਵਿਕਾਰਾਂ ਦੀ ਅਗਨ ਹੈ ਉਹ ਅਸਰ ਨਹੀਂ ਪਾਉਂਦੀ। ਉਹ ਇਨਸਾਨ ਜੋ ਰੱਬੀ ਗੁਣਾਂ ਦਾ ਧਾਰਨੀ ਹੈ, ਉਹ ਆਪਣੇ ਆਤਮਿਕ ਜੀਵਨ ਨੂੰ ਮੁਕੰਮਲ ਰੱਖਦਾ ਹੈ, ਉਹਦਾ ਆਤਮਿਕ ਜੀਵਨ ਬਰਬਾਦ ਨਹੀਂ ਹੁੰਦਾ। ਇਸ ਲਈ ਜੇ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਬਣੀ ਰਹੇ, ਤਾਂ ਉਹਦੇ ਵਾਸਤੇ ਇੱਕੋ ਇੱਕ ਲੋੜ ਹੈ, ਰੱਬੀ ਰਜਾ ਵਿੱਚ ਤੁਰਨ ਦੀ ਔਰ ਰੱਬੀ ਗੁਣਾਂ ਨੂੰ ਸਾਂਭਣ ਦੀ। ਅਗਲਾ ਬਚਨ ਕਰਦੇ ਨੇ, ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ, ਪੰਡਿਤ ਪੰਡਿਤ ਜਲ ਮੂਏ ਮੂਰਖ ਉਬਰੇ ਭਾਗ। ਇਹਨੂੰ ਪੰਡਤ ਨਹੀਂ ਪੜਨਾ, ਡੱਡੇ ਨਾਲ ਸਿਹਾਰੀ ਹੈ, ਉਚਾਰਨ ਹੋਏਗਾ ਪੰਡਿਤ। ਜਲ ਮੂਏ ਨਹੀਂ ਬੋਲਣਾ, ਕਿਉਂਕਿ ਮੂਏ ਬੋਲਣ ਨਾਲ ਔਂਕੜ ਬੋਲੇਗਾ। ਦੁਲੈਂਕੜ ਬੋਲਣਾ ਹੈ ਮੂਏ। ਪੰਡਿਤ ਪੰਡਿਤ ਜਲ ਮੂਏ ਮੂਰਖ ਉਬਰੇ ਭਾਗ। ਹੁਣ ਕਬੀਰ ਜੀ ਸਾਨੂੰ ਇਹ ਸਮਝਾ ਰਹੇ ਨੇ ਕਿ ਜਿਵੇਂ ਲੱਕੜ ਦੀ ਕੋਠੀ ਹੋਵੇ, ਲੱਕੜ ਦਾ ਮਕਾਨ ਹੋਵੇ, ਔਰ ਉਸ ਲੱਕੜ ਦੇ ਮਕਾਨ ਨੂੰ ਚਾਰ ਚੁਫੇਰਿਓਂ ਅੱਗ ਲੱਗ ਜਾਏ, ਤਾਂ ਉਹਦੇ ਚੋਂ ਬਚਣਾ ਤਾਂ ਬੜਾ ਮੁਸ਼ਕਲ ਹੈ ਨਾ। ਜਿਹੜਾ ਛੜੱਪਾ ਮਾਰ ਕੇ ਦੌੜ ਕੇ ਭੱਜ ਗਿਆ, ਬਚ ਗਿਆ, ਨਹੀਂ ਤਾਂ ਉਹ ਜਲ ਜਾਏਗਾ। ਤਾਂ ਕਬੀਰ ਜੀ ਕਹਿੰਦੇ ਨੇ ਸਾਡਾ ਇਹ ਜੀਵਨ ਮਾਨੋ ਇੱਕ ਲੱਕੜ ਦਾ ਮਕਾਨ ਹੈ, ਜਿਹਨੂੰ ਚਾਰ ਚੁਫੇਰਿਓਂ ਅੱਗ ਲੱਗੀ ਹੋਈ ਹੈ। ਤੇ ਉਹ ਅੱਗ ਕਿਹੜੀ ਲੱਗੀ ਹੈ? ਮੱਲਾਂ ਮਾਰਨ ਦੀ। ਈਰਖਾ, ਵੈਰ, ਵਿਰੋਧ, ਕ੍ਰੋਧ, ਲੋਭ, ਮੋਹ,
ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਅੱਗ ਲੱਗੀ ਚ ਫਿਰਿਓ। ਔਰ ਇਸ ਅੱਗ ਦੇ ਕਾਰਨ ਆਮ ਆਦਮੀ ਦਾ ਆਤਮਿਕ ਜੀਵਨ ਜਲ ਰਿਹਾ ਹੈ, ਖੁਸ਼ੀਆਂ ਬਰਬਾਦ ਹੋ ਰਹੀਆਂ ਨੇ। ਆਮ ਆਦਮੀ, ਜਿਵੇਂ ਅਸੀਂ ਕਹਿੰਦੇ ਨਾ ਫਲਾਂ ਬੰਦਾ ਤੇ ਸੜਿਆ ਬਲਿਆ ਫਿਰਦਾ ਹੈ, ਕ੍ਰੋਧ ਦੇ ਅੰਦਰ ਫਿਰ ਰਿਹਾ ਹੈ, ਲੋਭ ਦੇ ਅੰਦਰ ਫਿਰ ਰਿਹਾ ਹੈ। 10 ਪਾਤਸ਼ਾਹਾਂ ਤੋਂ ਮਤਲਬ 4 ਚੁਫੇਰਿਓਂ ਮੱਲਾਂ ਮਾਰਨ ਦੀ, ਵਿਕਾਰਾਂ ਦੀ, ਪਾਪਾਂ ਦੀ ਅੱਗ ਲੱਗੀ ਹੋਈ ਹੈ। ਤੇ ਜਿੱਥੇ ਅੱਗ ਲੱਗੀ ਹੋਵੇ ਉੱਥੇ ਬੰਦਾ ਸੁਖੀ ਔਰ ਸ਼ਾਂਤ ਸੌ ਨਹੀਂ ਨਾ ਸਕਦਾ। ਪੰਡਿਤ ਪੰਡਿਤ ਜਲ ਮੂਏ। ਪੰਡਿਤ ਦਾ ਮਤਲਬ ਜਿਹੜੇ ਕਰਮਕਾਂਡੀ ਨੇ। ਅਸੀਂ ਪਿੱਛੇ ਪੜ੍ਹਿਆ ਹੈ ਨਾ, ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਛੇ ਪਰੀ ਬਹੀਰ। ਕਰਮਕਾਂਡ ਕਰਨ ਵਾਲੇ ਲੋਕ, ਚਲਾਕੀਆਂ ਕਰਨ ਵਾਲੇ ਲੋਕ। ਜਲ ਮੂਏ ਦਾ ਮਤਲਬ ਉਹ ਸੜ ਕੇ ਮਰ ਗਏ, ਆਤਮਕ ਮੌਤੇ ਮਰ ਗਏ। ਇਹਦਾ ਮਤਲਬ ਇਹ ਨਹੀਂ ਕਿ ਸਰੀਰ ਕਰਕੇ ਮਰ ਗਏ। ਸੜ ਮਰਨ ਦਾ ਮਤਲਬ ਵਿਕਾਰਾਂ ਦੇ ਅੰਦਰ ਉਹਨਾਂ ਦੀ ਮਾਨਸਿਕਤਾ ਸੜਦੀ ਰਹਿੰਦੀ ਹੈ ਔਰ ਆਖਿਰ ਉਹ ਆਤਮਕ ਮੌਤੇ ਮਰ ਜਾਂਦੇ ਨੇ। ਮੂਰਖ ਉਬਰੇ ਭਾਗ। ਇੱਥੇ ਮੂਰਖ ਦਾ ਮਤਲਬ ਹੈ ਕਿ ਜਿਨ੍ਹਾਂ ਨੂੰ ਉਹ ਕਰਮਕਾਂਡੀ ਲੋਕ ਮੂਰਖ ਆਖਦੇ ਨੇ ਕਿ ਇਹ ਤੇ ਮੂਰਖ ਨੇ। ਦੇਖੋ, ਇਹ ਚੀਜ਼ ਨੂੰ ਸਮਝਣ ਵਾਸਤੇ ਅਸੀਂ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਇੱਕ ਵਿਚਾਰ ਲੈਂਦੇ ਹਾਂ। ਹੁਣ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਕ ਨਵੀਂ ਵਿਚਾਰਧਾਰਾ ਸੰਸਾਰ ਨੂੰ ਦਿੱਤੀ ਹੈ। ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਪਰਿਵਾਰਕ, ਵਿਵਹਾਰਕ, ਇੱਕ ਨਵੀਂ ਵਿਚਾਰਧਾਰਾ ਕਿ ਸੱਚ ਦੇ ਨਾਲ ਜੁੜਨਾ ਹੈ। ਹਰ ਮਨੁੱਖ ਨੇ ਸਚਿਆਰ ਹੋਣਾ ਹੈ, ਮਨ ਬਚਨ ਕਰਮ ਕਰਕੇ, ਔਰ ਸਚਿਆਰ ਹੋਣ ਲਈ ਹੁਕਮ ਰਜ਼ਾ ਦੇ ਵਿੱਚ ਤੁਰਨਾ ਹੈ। ਲੇਕਿਨ ਜਿਹੜੇ ਕਰਮਕਾਂਡੀ ਲੋਕ ਨੇ ਉਹਨਾਂ ਨੂੰ ਇਹ ਵਿਚਾਰਧਾਰਾ ਫਿੱਟ ਨਹੀਂ ਬੈਠੀ, ਕਿਉਂਕਿ ਉਹਨਾਂ ਦੀ ਰੋਜੀ ਰੋਟੀ, ਉਹਨਾਂ ਦੇ ਧੰਦੇ, ਉਹਨਾਂ ਦਾ ਪਰਦਾਫਾਸ਼ ਹੁੰਦਾ ਹੈ। ਤੇ ਫਿਰ ਉਹ ਗੁਰੂ ਨਾਨਕ ਦੇਵ ਨੂੰ ਕਹਿ ਰਹੇ ਨੇ, ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ। ਹੁਣ ਗੁਰੂ ਨਾਨਕ ਦੇਵ ਜੀ ਨੂੰ ਕੋਈ ਭੂਤਨਾ ਕਹਿੰਦਾ ਹੈ, ਕੋਈ ਬੇਤਾਲਾ ਕਹਿੰਦਾ ਹੈ, ਕੋਈ ਕੁਰਾਈਆ ਕਹਿੰਦਾ ਹੈ, ਔਰ ਕੋਈ ਕਹਿੰਦਾ ਵਿਚਾਰਾ ਨਾਨਕ। ਹੁਣ ਇਹ ਕਿਹੜੇ ਕਿਹੜੇ ਲੋਕ ਸਨ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਭੂਤਨਾ ਕਿਹਾ? ਹੁਣ ਉਹ ਕਿਸ ਬਿਰਤੀ ਦੇ ਲੋਕ ਨੇ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਬੇਤਾਲਾ ਕਿਹਾ? ਜਿਹੜੇ ਆਪ ਤਾਲ ਤੋਂ ਖੁੰਝੇ ਹੋਏ ਸਨ। ਜਦੋਂ ਤੁਸੀਂ ਕਿਸੇ ਨੂੰ ਜਗਾਓਗੇ ਨਾ, ਇਹ ਚੀਜ਼ ਨੂੰ ਸਮਝਣ ਲਈ ਆਪਾਂ ਥੋੜੀ ਜਿਹੀ ਵਿਚਾਰ ਕਰਦੇ ਹਾਂ। ਤੁਸੀਂ ਕਿਸੇ ਸੁੱਤੇ ਨੂੰ ਜਾ ਕੇ ਜਗਾਓ ਤਾਂ 2 ਕਿਸਮ ਦਾ ਰਿਐਕਸ਼ਨ ਹੋਏਗਾ। ਜਿਹੜੇ ਬੰਦੇ ਨੇ 2 ਤਰ੍ਹਾਂ ਰਿਐਕਟ ਕਰਨਗੇ। ਇੱਕ ਦਾ ਤੁਸੀਂ ਕੁੰਡਾ ਖੜਕਾਇਆ ਤੇ ਉਹਨਾਂ ਤੁਸੀਂ ਵੇਖਿਆ ਬੰਦਾ ਸੁੱਤਾ ਸੀ, ਤੁਸੀਂ ਸੌਰੀ ਕਿਹਾ, ਸੌਰੀ ਯਾਰ ਮੈਂ ਤੈਨੂੰ ਜਗਾ ਦਿੱਤਾ, ਮੈਨੂੰ ਨਹੀਂ ਸੀ ਪਤਾ ਸੁੱਤਾ। ਪਰ ਉਹ ਬਹੁਤ ਖੁਸ਼ ਹੁੰਦਾ, ਨਾ ਨਾ ਵੀਰ ਸੌਰੀ ਨਹੀਂ, ਤੇਰਾ ਧੰਨਵਾਦ, ਮੈਂ ਤੇ ਅਲਾਰਮ ਲਾਣਾ ਭੁੱਲ ਗਿਆ ਸਾਂ, ਸ਼ੁਕਰ ਹੈ ਤੂੰ ਆ ਗਿਆ, ਨਹੀਂ ਤੇ ਮੈਂ ਸੁੱਤੇ ਰਹਿ ਜਾਣਾ ਸੀ, ਮੇਰਾ ਤੇ ਕੰਮ ਖਰਾਬ ਹੋ ਜਾਣਾ ਸੀ। ਇਹ ਤਾਂ ਤੇਰਾ ਬਹੁਤ ਬਹੁਤ ਧੰਨਵਾਦ, ਤੂੰ ਮੈਨੂੰ ਸੁੱਤੇ ਨੂੰ ਜਗਾ ਦਿੱਤਾ ਹੈ, ਨਹੀਂ ਤੇ ਮੇਰਾ ਤੇ ਬੜਾ ਵੱਡਾ ਕੰਮ ਖਰਾਬ ਹੋ ਜਾਣਾ ਸੀ। ਹੁਣ ਤਾਂ ਮੇਰਾ ਉਹ ਕੰਮ ਬਚ ਜਾਣਾ ਹੈ। ਪਹਿਲਾ ਰਿਐਕਸ਼ਨ ਐਸਾ ਹੋਏਗਾ। ਦੂਜਾ ਬੰਦਾ ਚਾਹੇ ਤੁਹਾਡਾ ਸੱਜਣ ਮਿੱਤਰ ਹੀ ਹੋਏ, ਤੁਸੀਂ ਜਗਾਓਗੇ ਨਾ ਤੇ ਉਹ ਤੁਹਾਡੇ ਜਾਂਦਿਆਂ ਹੀ ਟੁੱਟ ਕੇ ਪੈ ਜਾਏਗਾ। ਪਤਾ ਨਹੀਂ ਕਿੱਥੋਂ ਕਿੱਥੋਂ ਲੋਕ ਤੁਰੇ ਹੁੰਦੇ ਨੇ, ਜਿੱਧਰੋਂ ਮਰਜ਼ੀ ਮੂੰਹ ਚੁੱਕਿਆ, ਬੂਥਾ ਚੁੱਕ ਕੇ ਘਰ ਨੂੰ ਆ ਜਾਂਦੇ ਨੇ। ਹਾਲੀ ਹੁਣ ਸੁੱਤਾ ਸਾਂ, ਹੁਣੇ ਆਣ ਕੇ ਜਗਾ ਦਿੱਤਾ ਹੈ, ਨੀਂਦ ਵਿੱਚ ਖਲਲ ਪਾ ਦਿੱਤਾ ਹੈ। ਨਾ ਇਹਨਾਂ ਲੋਕਾਂ ਨੂੰ ਆਪ ਆਰਾਮ ਹੈ, ਨਾ ਇਹ ਕਿਸੇ ਹੋਰ ਨੂੰ ਕਰਨ ਦਿੰਦੇ ਨੇ। 2 ਤਰ੍ਹਾਂ ਦਾ ਰਿਐਕਸ਼ਨ ਹੋਏਗਾ। ਗੁਰੂ ਨਾਨਕ ਦੇਵ ਨੇ ਸੁੱਤਿਆਂ ਨੂੰ ਜਗਾਇਆ ਤੇ ਜਿਹੜੇ ਸਮਝਦਾਰ ਲੋਕ ਸਨ ਉਹਨਾਂ ਨੇ ਗੁਰੂ ਨਾਨਕ ਦੇਵ ਦਾ ਧੰਨਵਾਦ ਕੀਤਾ ਕਿ ਸਤਿਗੁਰੂ ਤੇਰਾ ਧੰਨਵਾਦ ਜੋ ਸਾਨੂੰ ਸੁੱਤਿਆਂ ਨੂੰ ਜਗਾ ਦਿੱਤਾ। ਸਾਡੀ ਜ਼ਿੰਦਗੀ ਤੇ ਲੁੱਟੀ ਜਾ ਰਹੀ ਸੀ, ਬਰਬਾਦ ਹੋ ਰਹੀ ਸੀ, ਅਸੀਂ ਤੇ ਕਰਮ ਕਾਂਡਾਂ ਵਿੱਚ ਫਸੇ ਸਾਂ, ਅਸੀਂ ਤੇ ਤੀਰਥਾਂ ਨੂੰ ਧਰਮ ਮੰਨੀ ਬੈਠੇ ਸਾਂ, ਤੀਰਥਾਂ ਨੂੰ ਗੁਰੂ ਮੰਨੀ ਬੈਠੇ ਸਾਂ, ਅਸੀਂ ਤੇ ਜਪ ਤਪ ਸੰਜਮ ਸਾਧਨ ਵਿੱਚ ਰੁੜੇ ਹੋਏ ਸਾਂ। ਸਾਨੂੰ ਤੇ ਪੁਜਾਰੀ ਵਰਗ ਲੁੱਟ ਕੇ ਖਾਈ ਜਾ ਰਿਹਾ ਸੀ, ਅਸੀਂ ਤੇ ਜਾਤੀਵਾਦ ਵਿੱਚ ਫਸੇ ਸਾਂ, ਸਾਨੂੰ ਤੇ ਰਾਜੇ ਲੁੱਟ ਰਹੇ ਸਨ, ਅਸੀਂ ਤੇ ਆਪਣੇ ਹੱਕਾਂ ਤੋਂ ਬੇਖਬਰ ਸਾਂ। ਸ਼ੁਕਰ ਹੈ ਤੁਹਾਡਾ, ਤੁਸੀਂ ਸਾਨੂੰ ਜਗਾਇਆ, ਧੰਨਵਾਦ। ਉਹ ਕੁਰਬਾਨ ਗਏ ਗੁਰੂ ਨਾਨਕ ਪਾਤਸ਼ਾਹ। ਤੇ ਜਿਨ੍ਹਾਂ ਦੇ ਕੰਮ ਗੜਬੜ ਹੋਏ, ਜੋ ਬੇਈਮਾਨੀਆਂ, ਚੋਰੀਆਂ, ਠੱਗੀਆਂ ਕਰਨਾ ਚਾਹੁੰਦੇ ਸਨ, ਲੁੱਟ ਖਸੁੱਟ ਕਰਨਾ ਚਾਹੁੰਦੇ ਸਨ, ਉਹਨਾਂ ਨੇ ਗੁਰੂ ਨਾਨਕ ਦੇਵ ਨੂੰ ਭੂਤਨਾ ਬੇਤਾਲਾ ਕਿਹਾ। ਠੀਕ ਇਹੀ ਵਰਤਾਰਾ
ਭਗਤ ਕਬੀਰ ਜੀ ਦੇ ਨਾਲ ਵੀ ਹੁੰਦਾ ਹੈ। ਕਬੀਰ ਜੀ ਨੂੰ ਲੋਕ ਕਹਿੰਦੇ ਨੇ ਵੀ ਤੂੰ ਕੈਸਾ ਧਾਰਮਿਕ ਬੰਦਾ ਹੈ, ਨਾ ਤੂੰ ਹਿੰਦੂਆਂ ਵਾਲੇ ਵਰਤ ਰੱਖਦਾ ਹੈ, ਨਾ ਤੂੰ ਮੁਸਲਮਾਨਾਂ ਵਾਲੇ ਰੋਜ਼ੇ ਰੱਖਦਾ ਹੈ, ਨਾ ਤੂੰ ਕਿਤੇ ਗੰਗਾ ਆਦਿਕ ਤੇ ਇਸ਼ਨਾਨ ਕਰਨ ਜਾਣਾ ਹੈ, ਨਾ ਤੂੰ ਮੱਕੇ ਆਦਿਕ ਜਾਣਾ ਹੈ, ਨਾ ਹੱਜ ਕਾਵੇ ਜਾਣਾ ਹੈ, ਨਾ ਤੂੰ ਗੰਗਾ ਤੇ ਜਾਣਾ ਹੈ, ਨਾ ਤੂੰ ਸਮਾਧੀਆਂ ਲਾਣਾ ਹੈ, ਨਾ ਤੂੰ ਜਾਪ ਤਪ ਕਰਦਾ ਹੈ, ਨਾ ਤੂੰ ਜਾਤੀਵਾਦ ਨੂੰ ਮੰਨਦਾ ਹੈ, ਸਰਾਧਾਂ ਦੇ ਤੂੰ ਖਿਲਾਫ ਬੋਲਦਾ ਹੈ, ਦੇਵੀ ਦੇਵਤਿਆਂ ਦੇ ਖਿਲਾਫ ਤੂੰ ਬੋਲ ਰਿਹਾ ਹੈ। ਅਸੀਂ ਭੋਗ ਲਵਾਉਂਦੇ ਆ ਆਪਣੇ ਰੱਬ ਨੂੰ ਤੇ ਤੂੰ ਕਹਿੰਦਾ ਇਸ ਮੂਰਤ ਤੇ ਮੁਖਛਾਰ। ਅਸੀਂ ਤੇ ਰੱਬ ਨੂੰ ਕੜਾਹ ਪ੍ਰਸ਼ਾਦ ਖਵਾਉਂਦੇ ਆ, ਖੀਰ ਖਵਾਉਂਦੇ ਆ, ਨਵਾਉਂਦੇ ਆ, ਫੁੱਲ ਚੜਾਉਂਦੇ ਆ, ਤੇ ਤੂੰ ਕੱਖ ਵੀ ਨਹੀਂ ਕਰਦਾ। ਤੂੰ ਤੇ ਮੂਰਖ ਹੈ, ਤੂੰ ਤੇ ਆਪਣੀ ਇੱਜ਼ਤ ਗਵਾ ਲਈ ਹੈ ਕਿਆ ਨਾ। ਤਾਂ ਕਬੀਰ ਜੀ ਦੇਖੋ ਕਿੰਨੇ ਪਿਆਰ ਨਾਲ ਕਹਿੰਦੇ ਨੇ, ਹਮ ਅਪਤਹਿ ਆਪਣੀ ਪਤ ਖੋਈ, ਹਮਰੇ ਖੋਜ ਪਰੋ ਮਤ ਕੋਈ, ਪਤ ਅਪਤ ਤਾਕੀ ਨਹੀਂ ਲਾਜ, ਤਬ ਜਾਣੋਗੇ ਜਬ ਉਗਰੇ ਗੋਪਾਜ। ਤਾਂ ਇੱਥੇ ਪੰਡਿਤ ਜਲ ਮੂਏ ਦਾ ਮਤਲਬ ਜੋ ਕਰਮ ਕਾਂਡ ਕਰਨ ਵਾਲੇ ਪੁਜਾਰੀ ਵਰਗ ਦੇ ਪਿੱਛੇ ਗਏ, ਉਹ ਆਤਮਕ ਜੀਵਨ ਉਹਨਾਂ ਦਾ ਜਲ ਕੇ ਰਾਖ ਹੋ ਗਿਆ, ਉਹ ਇਹਨਾਂ ਵਿਕਾਰਾਂ ਦੇ ਵਿੱਚ ਹੀ ਸੜ ਕੇ ਰਾਖ ਹੋ ਗਏ। ਮੂਰਖ ਉਬਰੇ ਭਾਗ, ਤੇ ਜਿਨ੍ਹਾਂ ਨੂੰ ਇਹ ਮੂਰਖ ਕਹਿੰਦੇ ਸਨ ਉਹ ਭੱਜ ਕੇ ਇਹਨਾਂ ਵਿਕਾਰਾਂ ਤੋਂ ਬਚ ਗਏ, ਉਹਨਾਂ ਕਰਮ ਕਾਂਡ ਛੱਡ ਦਿੱਤੇ, ਉਹਨਾਂ ਪਾਪ ਅਪਰਾਧ ਛੱਡ ਦਿੱਤੇ, ਉਹ ਰੱਬ ਦੀ ਚਰਨਾਂ ਦੀ ਸ਼ਰਨ ਵਿੱਚ ਚਲੇ ਗਏ, ਉਹ ਹੁਕਮ ਰਜ਼ਾ ਅਨੁਸਾਰ ਜ਼ਿੰਦਗੀ ਜੀ ਰਹੇ ਨੇ, ਉਹ ਇਸ ਤਪਸ਼ ਤੋਂ, ਦਾਵੇ ਦਾਜਨ ਤੋਂ, ਵਿਕਾਰਾਂ ਤੋਂ ਬਚ ਗਏ। ਉਹਨਾਂ ਨੇ ਭਰੇ ਹੋਏ ਸਰੋਵਰ ਦੇ ਵਿੱਚੋਂ ਰੱਜ ਰੱਜ ਕੇ ਖੁਸ਼ੀਆਂ ਦਾ, ਆਨੰਦ ਦਾ, ਗੁਣਾਂ ਦਾ ਪਾਣੀ ਪੀਤਾ, ਆਤਮਿਕ ਜੀਵਨ ਦਾ ਆਨੰਦ ਮਾਣਿਆ। ਤਾਂ ਇਸ ਸ਼ਲੋਕ ਤੋਂ ਸਾਨੂੰ ਜੀਵਨ ਵਾਸਤੇ ਕੀ ਮਿਲ ਰਿਹਾ ਹੈ ਕਿ ਜੋ ਆਮ ਮਨੁੱਖ ਹੈ, ਬਹੁਤਾਤ ਗਿਣਤੀ, ਉਹ ਵਿਕਾਰਾਂ ਦੀ ਅੱਗ ਦੇ ਅੰਦਰ ਸੜ ਰਹੇ ਨੇ। ਚਾਰ ਚੁਫੇਰੇ, ਕਾਮ, ਕ੍ਰੋਧ, ਲੋਭ, ਮੋਹ ਆਦਿਕ, ਜਾਤੀਵਾਦ, ਦਾਜ ਦਹੇਜ, ਦੰਗੇ ਫਸਾਦ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦਿਆਂ ਦੀ ਅੱਗ ਲੱਗੀ ਹੋਈ ਹੈ। ਤੇ ਜਿਹੜੇ ਕਰਮਕਾਂਡੀ ਲੋਕ ਨੇ, ਚਲਾਕ ਨੇ, ਜਿਹੜੇ ਇਹਨਾਂ ਨੂੰ ਹੀ ਜੀਵਨ ਸਮਝਦੇ ਨੇ, ਉਹ ਇਹਨਾਂ ਵਿਕਾਰਾਂ ਵਿੱਚ ਸੜ ਕੇ ਮਰ ਜਾਂਦੇ ਨੇ, ਆਤਮਿਕ ਮੌਤ ਸਹਿ ਲੈਂਦੇ ਨੇ। ਲੇਕਿਨ ਜਿਹੜੇ ਮੂਰਖ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਜੋ ਰੱਬੀ ਪਿਆਰ ਵਾਲੇ ਨੇ, ਉਹ ਭੱਜ ਕੇ ਇਹਨਾਂ ਵਿਕਾਰਾਂ ਤੋਂ ਬਚ ਜਾਂਦੇ ਨੇ, ਉਹ ਸ਼ੁਭ ਗੁਣਾਂ ਦੇ ਧਾਰਨੀ ਹੁੰਦੇ ਨੇ, ਉਹ ਭਰੇ ਹੋਏ ਸਰੋਵਰ ਦੇ ਵਿੱਚੋਂ ਸ਼ੁਭ ਗੁਣਾਂ ਦਾ, ਖੁਸ਼ੀਆਂ ਦਾ, ਆਨੰਦ ਦਾ ਜਲ ਪੀਂਦੇ ਨੇ, ਭਾਵ ਇਹਨਾਂ ਗੁਣਾਂ ਨੂੰ ਮਾਣ ਕੇ ਖੁਸ਼ੀਆਂ ਵਾਲੀ ਜ਼ਿੰਦਗੀ ਜੀਂਦੇ ਨੇ। ਤਾਂ ਸਾਨੂੰ ਇਥੋਂ ਉਪਦੇਸ਼ ਹੈ ਕਿ ਅਸੀਂ ਵੀ ਇਹਨਾਂ ਵਿਕਾਰਾਂ ਤੋਂ ਬਚਣਾ ਹੈ, ਲੋਕ ਲਾਜ ਨੂੰ ਛੱਡਣਾ ਹੈ, ਔਰ ਸੱਚ ਦੇ ਨਾਲ ਜੁੜ ਕੇ ਆਪਣੇ ਆਤਮਿਕ ਜੀਵਨ ਨੂੰ ਕਾਇਮ ਰੱਖਣਾ। ਕਬੀਰ ਸੰਸਾ ਦੂਰ ਕਰ, ਕਾਗਦ ਦੇਹ ਬਿਹਾਏ, 52 ਅੱਖਰ ਸੋਧ ਕੈ, ਹਰ ਚਰਨੀ ਚਿਤ ਲਾਏ। ਸੰਸਾ ਦੂਰ ਕਰ, ਸੰਸਾ ਦਾ ਮਤਲਬ ਚਿੰਤਾ, ਸ਼ੰਕਾ। ਹੁਣ ਸਾਡੇ ਮਨ ਵਿੱਚ ਸ਼ੰਕੇ ਨੇ ਨਾ ਕਿ ਜੇ ਅਸੀਂ ਪਾਠ ਪੂਜਾ ਨਾ ਕੀਤੀ ਵਿਖਾਵੇ ਦੀ, ਜੇ ਤੀਰਥਾਂ ਤੇ ਨਾ ਗਏ, ਵਰਤ ਨਾ ਕੀਤੇ, ਕਈ ਵਾਰ ਹੁੰਦਾ ਨਾ ਮਨ ਦੇ ਵਿੱਚ ਕਿ ਸਰਾਧ ਭਾਈ ਜੀ ਕਹਿੰਦੇ ਤੇ ਹਨ ਕਿ ਸਰਾਧ ਕਰਨ ਦਾ ਕੋਈ ਫਾਇਦਾ ਨਹੀਂ, ਤੇ ਸਰਾਧ ਨਾ ਕੀਤਾ ਤੇ ਉਹ ਨਾ ਹੋਵੇ ਵੀ ਬਾਪੂ ਰਾਤ ਨੂੰ ਆਣ ਕੇ ਤੰਗ ਹੀ ਨਾ ਕਰੇ ਕਿਤੇ। ਸ਼ੰਕੇ ਨੇ ਨਾ, ਸੰਸੇ ਨੇ, ਸ਼ੱਕ ਨੇ ਕਿ ਭੂਤ ਪ੍ਰੇਤ ਕਹਿੰਦੇ ਤੇ ਹਨ ਪਰ ਕਿਤੇ ਹੋਣ ਹੀ ਨਾ, ਮਤੇ ਚੰਬੜ ਹੀ ਨਾ ਜਾਏ। ਅਬ ਜਿਹੜੇ ਬਾਬੇ ਨੇ ਕਿਤੇ ਇਹਨਾਂ ਦੇ ਵਿਰੋਧ ਵਿੱਚ ਬੋਲ ਦਿੱਤੇ, ਇਹਨਾਂ ਦੀ ਗੱਲ ਨਾ ਮੰਨੀ, ਕਿਤੇ ਸਰਾਪ ਹੀ ਨਾ ਦੇ ਦੇਣ। ਬੰਦਾ ਸ਼ੰਕਿਆਂ ਵਿੱਚ ਹੀ ਜ਼ਿੰਦਗੀ ਜੀਵੀ ਜਾਂਦਾ ਨਾ, ਵੀ ਆ ਟੂਣਾ ਕੋਈ ਘਰ ਦੇ ਅੱਗੇ ਕਰ ਗਿਆ, ਉਹ ਜੇ ਇਹਨੂੰ ਹੱਥ ਪੈਰ ਲੱਗ ਗਿਆ ਤੇ ਕਿਤੇ ਬੰਬ ਧਮਾਕਾ ਹੀ ਨਾ ਹੋ ਜਾਏ, ਜਦੋਂ ਕਿ ਇੱਕ ਨੀਲਾ ਧਾਗਾ ਵੈਸੇ ਹੀ ਸੁੱਟਿਆ, ਕੱਖ ਨਹੀਂ ਹੋਣਾ। ਪਰ ਇਹ ਸ਼ੰਕੇ, ਇਹ ਸੰਸੇ, ਹਰ ਵੇਲੇ ਇਹ ਸੰਸੇ, ਦਾਅਵੇ ਦਾਜਨ ਵਾਲੇ, ਜਿਨ੍ਹਾਂ ਕਰਕੇ ਜ਼ਿੰਦਗੀ ਵਿੱਚ ਚਿੰਤਾ ਹੈ। ਕਾਗਜ਼ ਦਾ ਮਤਲਬ ਕਾਗਜ਼, ਦੇ ਬਿਹਾਏ ਦਾ ਮਤਲਬ ਰੋਡ ਦੇ, ਕਾਗਜ਼ ਦਾ ਮਤਲਬ ਲੇਖਾ ਜੋਖਾ, ਕਿ ਜਿਹੜੇ ਕਰਮ ਕਾਂਡੀ ਕਾਗਜ਼ ਨੇ, ਲੇਖੇ ਜੋਖੇ ਨੇ, ਸ਼ੰਕਾ ਦੂਰ ਕਰਕੇ ਇਹਨਾਂ ਨੂੰ ਰੋੜ ਦੇ, ਇਹਨਾਂ ਨੂੰ ਰੋੜ ਦੇ। ਕਾਦੇ ਵਿੱਚ? ਗੁਣਾਂ ਦੇ ਪ੍ਰਵਾਹ ਦੇ ਅੰਦਰ। ਜਿੰਨੇ ਵੀ ਲੇਖੇ ਜੋਖੇ ਵਾਲੇ ਕਾਗਜ਼ ਨੇ, ਸ਼ੰਕਿਆਂ ਵਾਲੇ ਕਾਗਜ਼ ਨੇ, ਲੇਖੇ ਜੋਖੇ ਸਾੜਨ ਵਾਲੇ ਨੇ ਦੁਨੀਆਂ ਦੇ, ਇਹ ਲੇਖਿਆਂ ਨੂੰ ਖਤਮ ਕਰ ਦੇ। ਤੇਰੀ ਜ਼ਿੰਦਗੀ ਵਿੱਚ ਇਹੋ ਜਿਹਾ ਕੋਈ ਲੇਖਾ ਹੋਣਾ ਹੀ ਨਹੀਂ ਚਾਹੀਦਾ। ਲੇਖਾ ਦਾ ਮਤਲਬ ਲਿਖਿਆ ਹੋਇਆ ਲੇਖ। ਅਸੀਂ ਲੇਖ ਲਿਖਨੇ ਆ ਨਾ, ਉਹ ਲੇਖ ਇਹ ਨਹੀਂ ਕਿ ਕਿਸਮਤ ਲਿਖੀ ਹੋਈ,
ਲੇਖ ਦਾ ਮਤਲਬ ਸਾਡੀ ਜ਼ਿੰਦਗੀ ਵਿੱਚ ਸਾਡੇ ਵਿਚਾਰ ਦੇ ਅੰਦਰ ਇਹ ਆ ਜਾਂਦਾ ਹੈ ਕਿ ਆ ਕਰਮ ਕਾਂਡ ਕਰਨੇ ਨੇ, ਵਰਤ ਨਰਾਤੇ ਨੇ, ਜਾਂ ਜਿੰਨੇ ਵੀ ਅਦਾਵੇ ਦਾਜਨ ਨੇ, ਜਾਂ ਹੋਰ ਬਹੁਤ ਸਾਰੇ ਜਪ ਤਪ ਸੰਜਮ ਆਦਿਕ ਨੇ, ਵਿਖਾਵੇ ਦੀਆਂ ਸਮਾਧੀਆਂ ਨੇ, ਦਸਮ ਦੁਆਰ ਵਿੱਚ ਪ੍ਰਾਨ ਚੜਾਣੇ ਨੇ, ਮਾਲਾ ਫੇਰਨੀਆਂ ਨੇ, ਇਹ ਸਾਰੇ ਲੇਖੇ ਜੋਖੇ ਨੂੰ ਕਬੀਰ ਜੀ ਕਹਿੰਦੇ ਨੇ ਰੋੜ ਦੇ ਸ਼ੰਕਾ ਨਾ ਇਹਨਾਂ ਨੂੰ ਛੱਡਣ ਨਾਲ। ਸੰਸਾ ਦੂਰ ਕਰ, ਸ਼ੰਕਾ ਦੂਰ ਕਰ ਦੇ। ਤੇ ਜਿੰਨੇ ਵੀ ਲੇਖੇ ਜੋਖੇ ਵਾਲੇ ਕਰਮ ਕਾਂਡੀ ਵਿਕਾਰਾਂ ਦੇ, ਪਾਪਾਂ ਅਪਰਾਧਾਂ ਦੇ ਲੇਖੇ ਨੇ, ਇਹਨਾਂ ਨੂੰ ਸਾਰਿਆਂ ਨੂੰ ਰੋੜ ਦੇ, ਖਤਮ ਕਰ ਦੇ ਵਿਕਾਰਾਂ ਨੂੰ, ਪਾਪਾਂ ਨੂੰ। 52 ਅੱਖਰ ਸੋਧਕ ਹੈ। ਇੱਥੇ 52 ਅੱਖਰ ਦਾ ਮਤਲਬ ਹੈ 52 ਅੱਖਰ। ਜੋ ਹਿੰਦੀ ਜਾਂ ਸੰਸਕ੍ਰਿਤ ਦੇਵਨਾਗਰੀ ਹੈ ਨਾ, ਉਹਦੇ 52 ਅੱਖਰ ਨੇ। ਇੱਥੇ 52 ਅੱਖਰ ਦਾ ਮਤਲਬ ਕੇਵਲ ਅਕਸ਼ਰਾਂ ਦੀ ਗੱਲ ਨਹੀਂ ਹੈ। ਇੱਥੇ 52 ਅੱਖਰ ਦਾ ਮਤਲਬ ਹੈ ਵਿਦਿਆ। ਵਿਦਿਆ, ਕਿਉਂਕਿ ਇਹਨਾਂ ਅਕਸ਼ਰਾਂ ਰਾਹੀਂ, ਜਿਵੇਂ ਹਿੰਦੀ ਦੇ 52 ਅੱਖਰ ਨੇ, ਤਾਂ ਉਦੋਂ ਦੇਵਨਾਗਰੀ ਭਾਸ਼ਾ ਪੜ੍ਹਦੇ ਸਨ ਲੋਕ ਉੱਥੇ ਕਾਸ਼ੀ ਵਗੈਰਾ ਚ, ਤਾਂ ਉਥੋਂ ਦੀ ਹਾਲਾਤ ਮੁਤਾਬਕ 52 ਅੱਖਰ ਕਹਿ ਰਹੇ ਨੇ। ਇੰਗਲਿਸ਼ ਦੇ 26 ਅੱਖਰ ਨੇ, ਪੰਜਾਬੀ ਦੇ 35 ਨੇ, ਹੋਰ ਭਾਸ਼ਾਵਾਂ ਦੇ ਵੱਖਰੇ ਵੱਖਰੇ ਅੱਖਰ ਨੇ ਨਾ। ਇੱਥੇ 52 ਅੱਖਰ ਦਾ ਮਤਲਬ ਹੈ ਵਿਦਿਆ। ਸੋਧ ਕਹਿ ਦਾ ਮਤਲਬ ਸੋਧਣਾ, ਵਿਚਾਰਨਾ। ਐਵੇਂ ਹੀ ਕਿਸੇ ਗੱਲ ਨੂੰ, ਲਿਖੀ ਲਿਖਾਈ ਨੂੰ ਨਾ ਮੰਨ ਲਓ, ਕਈ ਕਵਾਈ ਗੱਲ ਨੂੰ ਐਵੇਂ ਹੀ ਨਾ ਮੰਨ ਲਓ, ਸੋਧੋ ਇਹਨਾਂ ਨੂੰ, ਵਿਚਾਰੋ, ਵਿਚਾਰਵਾਨ ਬਣਨਾ। ਤੇ ਜੇ ਕੋਈ ਤੀਰਥਾਂ ਤੇ ਜਾ ਰਿਹਾ ਤੇ ਤੁਸੀਂ ਵੀ ਟਰਾਲੀ ਵਿੱਚ ਬਹਿ ਜਾਓ ਬਿਨਾਂ ਵਿਚਾਰਨ ਤੋਂ ਹੀ। ਮੜੀਆਂ ਤੇ ਮੱਥਾ ਟੇਕਣ ਜਾ ਰਿਹਾ ਹੈ ਤੇ ਤੁਸੀਂ ਵਿਚਾਰੋ ਨਾ, ਤੇ ਦੂਜੀ ਇੱਕ ਥਾਲੀ ਉਹਨੇ ਫੜੀ ਹੈ ਤੇ ਇੱਕ ਥਾਲੀ ਤੁਸੀਂ ਫੜ ਕੇ ਮੜੀਆਂ ਤੇ ਦੀਵੇ ਜਗਾਉਣ ਤੁਰ ਜਾਓ ਬਿਨਾਂ ਵਿਚਾਰਨ ਤੋਂ ਹੀ, ਕਿ ਇਹਦਾ ਰਿਜ਼ਲਟ ਕੀ ਨਿਕਲੇਗਾ। ਜਿਵੇਂ ਆਮ ਬੰਦਾ ਜ਼ਿੰਦਗੀ ਜੀ ਰਿਹਾ ਹੈ ਤੇ ਬਿਨਾਂ ਵਿਚਾਰਨ ਤੋਂ ਜੀਵੀ ਜਾ ਰਿਹਾ, ਉਹਨੂੰ ਪਤਾ ਹੀ ਨਹੀਂ ਕਿ ਮੈਂ ਜਾ ਕਿੱਧਰ ਰਿਹਾ, ਮੇਰੇ ਜੀਵਨ ਦਾ ਨਤੀਜਾ ਕੀ ਹੋਏਗਾ, ਜੋ ਮੈਂ ਬੋਲ ਰਿਹਾ, ਇਹਨਾਂ ਬੋਲਾਂ ਦਾ ਮੇਰੇ ਤੇ, ਮੇਰੇ ਪਰਿਵਾਰ ਤੇ, ਸਮਾਜ ਦੇ ਉੱਤੇ ਕੀ ਅਸਰ ਹੋਏਗਾ ਮਨੋਵਿਗਿਆਨਿਕ ਤੌਰ ਤੇ। ਜੇ ਮੈਂ ਨੈਗੇਟਿਵ ਬੋਲਦਾ ਤਾਂ ਦੁਨੀਆ ਵਿੱਚ ਨੈਗੇਟਿਵਿਟੀ ਫੈਲ ਜਾਏਗੀ। ਜੇ ਮੈਂ ਨਿੰਦਾ ਚੁਗਲੀ ਕਰਦਾ, ਅਫਵਾਹਾਂ ਫੈਲਾਂਦਾ, ਸਮਾਜ ਵਿੱਚ ਅਫਵਾਹਾਂ ਫੈਲ ਜਾਣਗੀਆਂ, ਉਹਦਾ ਰਿਜ਼ਲਟ ਕਿੰਨਾ ਮਾੜਾ ਨਿਕਲੇਗਾ। ਤੇ ਜੇ ਮੈਂ ਚੰਗਾ ਸੋਚਦਾ, ਚੰਗਾ ਬੋਲਦਾ, ਚੰਗਾ ਕਰਦਾ, ਤਾਂ ਉਹਦਾ ਰਿਜ਼ਲਟ ਬਹੁਤ ਚੰਗਾ ਨਿਕਲੇਗਾ, ਮੇਰੇ ਲਈ ਵੀ, ਸਮਾਜ ਲਈ ਵੀ, ਮੇਰੇ ਪਰਿਵਾਰ ਲਈ ਵੀ। ਇਹਨੂੰ ਕਹਿੰਦੇ ਨੇ 52 ਅੱਖਰ ਸੋਧ ਕੇ, ਯਾਨੀ ਵਿਦਿਆ ਰਾਹੀਂ ਵਿਚਾਰਵਾਨ ਬਣ। ਤੇ ਵਿਚਾਰਵਾਨ ਬਣ ਕੇ ਕੀ ਕਰ, ਜੇ ਤੈਨੂੰ ਵਿਦਿਆ ਹਾਸਲ ਕਰਨ ਦਾ ਮੌਕਾ ਮਿਲਿਆ ਨਾ, ਤੂੰ ਵਿਦਿਆਵਾਨ ਹੈ, ਤਾਂ ਹਰ ਚਰਨੀ ਚਿੱਤ ਲਾਏ, ਪ੍ਰਭੂ ਦੇ ਚਰਨਾਂ ਵਿੱਚ ਚਿੱਤ ਲਾ। ਤੇ ਰੱਬ ਦੇ ਚਰਨਾਂ ਦਾ ਮਤਲਬ ਰੱਬ ਦੇ ਗੁਣ, ਰੱਬ ਦੀ ਰਜ਼ਾ ਮੁਤਾਬਕ ਜ਼ਿੰਦਗੀ ਜੀ। ਆਪਣੀ ਜੋ ਵਿਦਿਆ ਤੈਨੂੰ ਮਿਲੀ ਹੈ, ਅਕਲ ਤੈਨੂੰ ਮਿਲੀ ਹੈ, ਇਸ ਅਕਲ ਦੀ ਵਰਤੋਂ ਕਰ ਗੁਣਾਂ ਵਾਸਤੇ। ਬਾਬਾ ਫਰੀਦ ਜੀ ਨੇ ਬੜੇ ਪਿਆਰ ਨਾਲ ਸਮਝਾਇਆ। ਕਹਿਣ ਲੱਗੇ, ਫਰੀਦਾ, ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ। ਅਕਲ ਲਤੀਫ ਦਾ ਮਤਲਬ ਬਰੀਕ ਅਕਲ ਵਾਲਾ, ਸ੍ਰੇਸ਼ਟ ਅਕਲ ਵਾਲਾ, ਸਮਝ ਵਾਲਾ। ਜੇ ਤੇਰੇ ਕੋਲ ਕਾਮਨ ਸੈਂਸ ਹੈ, ਵਿਵੇਕ ਬੁੱਧ ਤੈਨੂੰ ਮਿਲੀ ਹੈ, ਤਾਂ ਫਿਰ ਕਾਲੇ ਲਿਖ ਨਾ ਲੇਖ ਦਾ ਮਤਲਬ ਮਾੜੇ ਕੰਮ ਨਾ ਕਰ, ਨੈਗੇਟਿਵਿਟੀ ਆਪਣੇ ਅੰਦਰ ਨਾ ਲਿਖਦਾ ਜਾਓ, ਆਪਣੇ ਅੰਦਰ ਹੀਨ ਭਾਵਨਾ, ਇਨਫੀਰੀਓਰਿਟੀ ਕੰਪਲੈਕਸ ਜਾਂ ਸੁਪਰੀਓਰਿਟੀ ਕੰਪਲੈਕਸ ਵਾਲੇ ਲੇਖ ਨਾ ਲਿਖ, ਮਾੜੇ ਕਰਮ ਨਾ ਕਰ। ਤੇ ਦੂਜੀ ਗੱਲ, ਲੋਕਾਂ ਦੇ ਔਗਣ ਹੀ ਨਾ ਵੇਖਦਾ ਰਹੋ, ਵੀ ਫਲਾਂ ਬੰਦਾ ਜੀ ਮਾੜਾ ਹੈ, ਉਹ ਤੇ ਨਿੰਦਿਆ ਕਰਦਾ ਹੈ, ਉਹ ਤੇ ਚੋਰੀ ਕਰਦਾ ਹੈ, ਹਰ ਥਾਂ ਦੇ ਉੱਤੇ ਕਮੀਆਂ ਲੱਭਦੇ ਰਹਿਣਾ, ਇਹ ਕੰਮ ਨਾ ਕਰ। ਆਪਣੜੇ ਗਿਰੀਵਾਨ ਮਹਿ ਸਿਰ ਨੀਵਾ ਕਰ ਦੇਖ। ਆਪਣੀ ਬੁੱਕਲ ਵਿੱਚ ਝਾਤੀ ਮਾਰ ਕਿ ਤੇਰੇ ਵਿੱਚ ਕਿੰਨੇ ਔਗਣ ਨੇ, ਤੂੰ ਕਿੱਥੇ ਖੜਾ ਹੈ। ਆਪਣੇ ਆਪ ਦੇ ਅੰਦਰ ਵੇਖ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ। ਹੁਣ ਮੈਂ ਤੁਹਾਡੇ ਤੇ ਦੋਸ਼ ਲਾ ਰਿਹਾ ਕਿ ਤੁਹਾਡੇ ਵਿੱਚ ਇਹ ਕਮੀਆਂ ਨੇ, ਤਾਂ ਇਹ ਦੋਸ਼ ਲਾਉਣ ਤੋਂ ਪਹਿਲਾਂ, ਇਹ ਗੱਲ ਕਹਿਣ ਤੋਂ ਪਹਿਲਾਂ, ਮੈਨੂੰ ਆਪਣੀ ਜ਼ਿੰਦਗੀ ਵੱਲ ਵੇਖਣਾ ਚਾਹੀਦਾ ਹੈ ਕਿ ਮੇਰੇ ਵਿੱਚ ਵੀ ਤੇ ਕਮੀਆਂ ਨਹੀਂ, ਮੇਰੇ ਵਿੱਚ ਵੀ ਤੇ ਇਹ ਦੋਸ਼ ਨਹੀਂ। ਤਾਂ ਕਬੀਰ ਜੀ ਕਹਿੰਦੇ ਨੇ, ਵਿਦਿਆ ਦਾ ਵਿਚਾਰਵਾਨ ਬਣ ਕੇ ਰੱਬੀ ਚਰਨਾਂ ਦੇ ਨਾਲ ਚਿੱਤ ਨੂੰ ਜੋੜ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਨੇ ਬਚਨ ਕੀਤੇ ਨਾ, ਵਿਦਿਆ ਵਿਚਾਰੀ ਤਾਂ
ਪਰ ਉਪਕਾਰੀ। ਵਿਦਿਆ ਦਾ ਵਿਚਾਰਵਾਨ ਤਾਂ ਕਿਹਾ ਜਾ ਸਕਦਾ ਹੈ ਜੇ ਕੋਈ ਉਸ ਵਿਦਿਆ ਨੂੰ, ਉਸ ਗੁਣ ਨੂੰ ਪਰ ਉਪਕਾਰ ਵਾਸਤੇ ਵਰਤੇ। ਜਿਵੇਂ ਆਪਾਂ ਰੋਜ਼ ਵਿਚਾਰ ਕਰਦੇ ਹਾਂ ਨਾ, ਇੱਕ ਬੰਦੇ ਦੇ ਕੋਲ ਦਿਮਾਗ ਹੈ, ਉਹਦੇ ਕੋਲ ਅਕਲ ਹੈ, ਵਿਦਿਆ ਹੈ, ਗੁਣ ਹੈ, ਤੇ ਉਸ ਅਕਲ ਦੇ ਨਾਲ ਉਹਨੇ ਅੰਗੂਰਾਂ ਦੀ ਬਣਾ ਦਿੱਤੀ ਦਵਾਈ। ਤੇ ਦੂਜੇ ਬੰਦੇ ਕੋਲ ਵੀ ਦਿਮਾਗ ਉਨਾ ਹੀ ਹੈ, ਉਹਨੇ ਅੰਗੂਰਾਂ ਦੀ ਸ਼ਰਾਬ ਬਣਾ ਦਿੱਤੀ। ਇੱਕ ਬੰਦੇ ਦੇ ਕੋਲ ਅਕਲ ਹੈ, ਉਹ ਅਕਲ ਦੇ ਨਾਲ ਚੰਗੇ ਕੰਮ ਕਰਦਾ ਹੈ, ਕਿਸੇ ਦੀ ਹੈਲਪ ਕਰਦਾ ਹੈ, ਤੇ ਦੂਜੇ ਬੰਦੇ ਦੇ ਕੋਲ ਵੀ ਅਕਲ ਹੈ, ਪਰ ਉਸ ਅਕਲ ਨੂੰ ਚੋਰੀਆਂ ਕਰਨ ਵਾਸਤੇ ਵਰਤਦਾ ਹੈ, ਜੇਬ ਕਤਰਾ ਬਣ ਗਿਆ ਹੈ, ਲੋਕਾਂ ਦੇ ਖਾਤੇ ਹੈਕ ਕਰਦਾ ਫਿਰਦਾ ਹੈ। ਅਕਲ ਤੋਂ ਬਿਨਾਂ ਤਾਂ ਨਹੀਂ ਨਾ ਹੁੰਦਾ। ਹੁਣ ਕਿਸੇ ਦਾ ਬੈਂਕ ਖਾਤਾ ਹੈਕ ਕਰਨਾ ਹੈ, ਕੋਈ ਵੈਬਸਾਈਟ ਹੈਕ ਕਰਨੀ ਹੈ, ਤਾਂ ਅਕਲ ਚਾਹੀਦੀ ਹੈ, ਪਰ ਅਕਲ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਨਾ। ਤਾਂ ਇੱਥੇ ਕਬੀਰ ਜੀ ਕਹਿ ਰਹੇ ਨੇ, 52 ਅੱਖਰ ਸੋਧ ਕਹਿ ਹਰ ਚਰਨੀ ਚਿਤ ਲਾਏ। ਵਿਦਿਆ ਦਾ ਵਿਚਾਰਵਾਨ ਬਣ ਕੇ ਰੱਬੀ ਗੁਣਾਂ ਦੇ ਨਾਲ ਜੁੜ। ਵਿਦਿਆ ਦਾ ਵਿਚਾਰਵਾਨ ਬਣ ਕੇ ਲੋਕਾਂ ਨੂੰ ਕਰਮ ਕਾਂਡਾਂ ਵਿੱਚ ਨਾ ਫਸਾ, ਲੋਕਾਂ ਨੂੰ ਗਲਤ ਰਾਹਾਂ ਤੇ ਨਾ ਪਾ, ਆਪਣੀ ਜ਼ਿੰਦਗੀ ਦੇ ਵਿੱਚੋਂ ਸੰਸੇ ਦੂਰ ਕਰ ਦੇ। ਐਸ ਅਕਲ ਦੇ ਨਾਲ ਕਾਗਜ਼ ਦੇ ਬਿਹਾਏ ਆ ਕਰਮ ਕਾਂਡ ਔਰ ਵਿਕਾਰਾਂ ਵਾਲੇ ਜਿਹੜੇ ਲੇਖੇ ਇਕੱਠੇ ਕੀਤੇ ਨੇ ਨਾ, ਇਹਨਾਂ ਲੇਖਿਆਂ ਨੂੰ ਸਾੜ ਦੇ, ਰੋੜ ਦੇ, ਖਤਮ ਕਰ ਦੇ, ਔਰ ਅਕਲ ਵਾਲਾ ਬਣ ਕੇ ਰੱਬੀ ਗੁਣਾਂ ਦੇ ਨਾਲ ਆਪਣੇ ਆਪ ਨੂੰ ਜੋੜ। ਤਾਂ ਇਸ ਸ਼ਲੋਕ ਚੋਂ ਸਾਨੂੰ ਕੀ ਮਿਲਿਆ ਜ਼ਿੰਦਗੀ ਜੀਣ ਲਈ? ਕਿ ਅਸੀਂ ਸ਼ੰਕੇ ਨਹੀਂ ਕਰਨੇ, ਇਹ ਚੀਜ਼ ਦੇ ਉੱਤੇ ਸ਼ੱਕ ਨਹੀਂ ਕਰਨਾ ਕਿ ਜੇ ਅਸੀਂ ਕਰਮ ਕਾਂਡ ਨਾ ਕਰਾਂਗੇ ਪਤਾ ਨਹੀਂ ਸਾਡਾ ਕੀ ਵਿਗੜ ਜਾਏਗਾ। ਕੁਛ ਨਹੀਂ ਵਿਗੜਨਾ, ਕਿਉਂਕਿ ਇਹ ਕਰਮ ਕਾਂਡ ਹੈ ਹੀ ਬੇਕਾਰ ਨੇ, ਨਰਕ ਸਵਰਗ ਉੱਤੇ ਹੈ ਹੀ ਨਹੀਂ ਮਰਨ ਤੋਂ ਬਾਅਦ। ਇਸ ਲਈ ਇਹਨਾਂ ਸ਼ੰਕਾਵਾਂ ਨੂੰ ਦੂਰ ਕਰਕੇ ਇਹੋ ਜਿਹੇ ਜਿਹੜੇ ਅਸੀਂ ਲੇਖੇ ਜੋਖੇ ਅੰਦਰ ਇਕੱਠੇ ਕਰੀ ਫਿਰਨੇ ਆ, ਉਹਨਾਂ ਨੂੰ ਰੋੜ ਦੇਣਾ ਹੈ ਤੇ ਵਿਦਿਆ ਦੇ ਵਿਚਾਰਵਾਨ ਹੋ ਕੇ ਹਰੀ ਦੇ ਚਰਨਾਂ ਨਾਲ ਚਿੱਤ ਜੋੜਨਾ ਹੈ। ਯਾਨੀ ਆਪਣੀ ਅਕਲ ਨੂੰ, ਦਿਮਾਗ ਨੂੰ ਸ਼ੁਭ ਗੁਣਾਂ ਵਾਸਤੇ ਵਰਤਣਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਨ ਵਾਸਤੇ ਵਰਤਣਾ ਹੈ, ਈਰਖਾ, ਦਵੇਸ਼, ਵੈਰ, ਵਿਰੋਧ, ਦਾਵੇ ਦਾਜਨ ਵਾਸਤੇ ਨਹੀਂ। ਅਗਲਾ ਬਚਨ ਕਰਦੇ ਨੇ, ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਿਕ ਮਿਲਹਿ ਅਸੰਤ, ਮਲਿਆਗਰ ਕੁਯੰਗਮ ਬੇਢਿਓ, ਤਾਂ ਸ਼ੀਤਲਤਾ ਨਾ ਤਜੰਤ। ਇੱਥੇ ਹੁਣ ਸੰਤ ਸ਼ਬਦ ਦਾ ਮਤਲਬ ਕੋਈ ਡੇਰੇ ਵਾਲਾ ਬਾਬਾ ਨਹੀਂ ਹੈ, ਕੋਈ ਚੋਲੇ ਵਾਲਾ ਬਾਬਾ ਨਹੀਂ ਹੈ। ਸੰਤ ਸ਼ਬਦ ਬਾਰੇ ਵੈਸੇ ਅਸੀਂ ਪਹਿਲਾਂ ਵਿਚਾਰ ਕਈ ਵਾਰ ਕਰ ਚੁੱਕੇ ਹਾਂ, ਪਰ ਮੈਂ ਇਹ ਚੀਜ਼ ਫਿਰ ਦੁਹਰਾ ਦਿਆਂ ਜਿਸ ਕਰਕੇ ਸਾਨੂੰ ਇਹ ਚੀਜ਼ਾਂ ਯਾਦ ਰਹੀ ਜਾਣ। ਸੰਤ ਸ਼ਬਦ ਗੁਰਬਾਣੀ ਦੇ ਅੰਦਰ ਕਰੀਬ 5 ਕੁ ਅਰਥਾਂ ਦੇ ਵਿੱਚ ਮਿਲਦਾ ਹੈ, 5-6 ਅਰਥਾਂ ਵਿੱਚ। ਪਹਿਲਾ ਸੰਤ ਸ਼ਬਦ ਦਾ ਮੀਨਿੰਗ ਹੈ ਰੱਬ। ਜਿਵੇਂ ਅਸੀਂ ਪਾਵਨ ਬਾਣੀ ਪੜ੍ਹਦੇ ਹਾਂ ਨਾ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸ਼ੀ ਘਰ ਮਹਿ ਪਾਇਆ। ਉੱਥੇ ਗੁਰ ਦੇ ਰਾਰੇ ਨਾਲ ਸਿਹਾਰੀ ਗੁਰੂ ਨੇ। ਸੰਤ ਮਿਲਾਇਆ ਦਾ ਮਤਲਬ ਰੱਬ ਮਿਲਾ ਦਿੱਤਾ। ਮੇਰੇ ਵੱਡੇ ਭਾਗ ਨੇ ਕਿ ਗੁਰੂ ਨੇ ਮੈਨੂੰ ਰੱਬ ਮਿਲਾ ਦਿੱਤਾ। ਤੇ ਜਿਹਨੂੰ ਪਹਿਲੀ ਪੰਕਤੀ ਵਿੱਚ ਸੰਤ ਕਹਿ ਰਹੇ ਨੇ, ਅਗਲੀ ਪੰਕਤੀ ਵਿੱਚ ਉਹਨੂੰ ਪ੍ਰਭ ਅਬਿਨਾਸ਼ੀ ਕਹਿ ਰਹੇ ਨੇ। ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਿਨਾਸ਼ੀ ਘਰ ਮੈਂ ਪਾਇਆ। ਯਾਨੀ ਉਹ ਸੰਤ ਜਿਹੜਾ ਰੱਬ ਹੈ ਉਹ ਮੈਨੂੰ ਆਪਣੇ ਹਿਰਦੇ ਚੋਂ ਮਿਲ ਗਿਆ, ਬਾਹਰੋਂ ਨਹੀਂ ਮਿਲਿਆ। ਤਾਂ ਸੰਤ ਸ਼ਬਦ ਦਾ ਇੱਕ ਮੀਨਿੰਗ ਹੈ ਰੱਬ। ਦੂਜਾ ਸੰਤ ਸ਼ਬਦ ਗੁਰਬਾਣੀ ਵਿੱਚ ਗੁਰੂ ਪਦ ਵਾਸਤੇ ਵਰਤਿਆ ਹੈ। ਜਿਵੇਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਹੈ ਨਾ, ਸੰਤ ਸਰਨ ਜੋ ਜਨ ਪਰੈ, ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ। ਉੱਥੇ ਸੰਤ ਦਾ ਮੀਨਿੰਗ ਹੈ ਗੁਰੂ, ਕਿ ਜੋ ਬੰਦਾ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ, ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ, ਉਸ ਬੰਦੇ ਦਾ ਪਾਰ ਉਤਾਰਾ ਹੁੰਦਾ। ਉੱਥੇ ਇਹ ਨਹੀਂ ਕਿ ਸੰਤਾਂ ਵਾਲੇ ਕਰਮ ਕਾਂਡ ਕਰਨ ਵਾਲੇ ਦਾ ਪਾਰ ਉਤਾਰਾ ਹੁੰਦਾ ਨਾ। ਸੰਤ ਸ਼ਬਦ ਦਾ ਦੂਜਾ ਮੀਨਿੰਗ ਹੈ ਗੁਰੂ। ਤੇ ਸੰਤ ਸ਼ਬਦ ਦਾ ਤੀਜਾ ਮੀਨਿੰਗ ਆਪ ਮਹਾਨ ਕੋਸ਼ ਪੜੋਗੇ ਨਾ, ਸੰਤ ਸੰਗ ਹਰ ਮਨ ਬਸੈ। ਉੱਥੇ ਸੰਤ ਦਾ ਮੀਨਿੰਗ ਹੈ ਗੁਰੂ ਨਾਨਕ ਦੇਵ ਦੇ ਸਿੱਖ, ਯਾਨੀ ਸਤ ਸੰਗਤ। ਸੰਤ ਦਾ ਤੀਜਾ ਮੀਨਿੰਗ ਹੈ ਸਤ ਸੰਗਤ। ਤੇ ਸੰਤ ਦਾ ਚੌਥਾ ਮੀਨਿੰਗ ਹੈ ਦਾਸ, ਜਾਂ ਪਿਆਰਾ ਜਾਂ ਦਾਸ। ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਯਾਨੀ ਜਿਸ ਪ੍ਰਭੂ ਨੇ ਆਪਣੇ ਪਿਆਰੇ ਦਾਸ ਦੀ ਪੈਜ ਰੱਖੀ। ਸੰਤ ਦਾ ਚੌਥਾ ਮੀਨਿੰਗ ਹੋ ਗਿਆ ਦਾਸ ਜਾਂ ਪਿਆਰਾ।
ਤੇ ਪੰਜਵਾਂ ਮੀਨਿੰਗ ਹੈ ਸੰਤ ਦਾ ਮਤਲਬ ਸ਼ਾਂਤ, ਜਿਨੇ ਆਪਣੇ ਵਿਕਾਰਾਂ ਨੂੰ ਸ਼ਾਂਤ ਕਰ ਲਿਆ। ਅੰਮ੍ਰਿਤ ਦ੍ਰਿਸ਼ਟ ਪੇਖ ਹੈ ਹੋਏ ਸੰਤ, ਕਿ ਜਦੋਂ ਗੁਰੂ ਅੰਮ੍ਰਿਤਮਈ ਦ੍ਰਿਸ਼ਟੀ ਦੇ ਨਾਲ ਕਿਸੇ ਨੂੰ ਤੱਕਦਾ ਹੈ, ਯਾਨੀ ਗੁਰੂ ਕਿਰਪਾ ਕਰਕੇ ਗਿਆਨ ਦੀ ਦਾਤ ਦਿੰਦਾ ਹੈ, ਤਾਂ ਉਹ ਬੰਦਾ ਸ਼ਾਂਤ ਹੋ ਜਾਂਦਾ ਹੈ। ਅੰਮ੍ਰਿਤ ਦ੍ਰਿਸ਼ਟ ਪੇਖ ਹੈ ਹੋਏ ਸੰਤ, ਉਹ ਸ਼ਾਂਤ ਹੋ ਜਾਂਦਾ ਹੈ, ਉਹਦੇ ਅੰਦਰੋਂ ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ। ਜਿਵੇਂ ਕੋਡੇ ਭੀਲ ਦੇ ਅੰਦਰੋਂ ਵਿਕਾਰਾਂ ਦੀ ਅੱਗ ਬੁਝ ਗਈ, ਸ਼ੇਖ ਸੱਜਣ ਦੀ ਬੁਝ ਗਈ, ਭੂਮੀਏ ਦੀ ਬੁਝ ਗਈ। ਕਿੰਨੇ ਲੋਕ ਨੇ ਜੋ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਆਏ, ਉਹ ਸ਼ਾਂਤ ਹੋ ਗਏ, ਉਹਨਾਂ ਦੇ ਅੰਦਰੋਂ ਵਿਕਾਰਾਂ ਦੇ ਭਾਂਬੜ ਖਤਮ ਹੋ ਗਏ। ਤਾਂ ਇੱਥੇ ਸੰਤ ਦਾ ਮਤਲਬ ਜੋ ਰੱਬ ਦਾ ਪਿਆਰਾ ਹੈ। ਸੰਤ ਨਾ ਛਾੜੈ ਸੰਤਈ, ਸੰਤਈ ਦਾ ਮਤਲਬ ਸ਼ਾਂਤ ਸੁਭਾਅ, ਆਪਣੇ ਮਨ ਦੀ ਸ਼ਾਂਤੀ। ਸੰਤ ਦਾ ਮਤਲਬ ਸ਼ਾਂਤ ਮਨੁੱਖ, ਸੰਤਈ ਦਾ ਮਤਲਬ ਸ਼ਾਂਤੀ, ਆਪਣੇ ਦਿਲ ਦਾ ਟਿਕਿਆ ਹੋਇਆ ਸੁਭਾਅ ਜਿਹੜਾ ਹੈ। ਕਿ ਹਰੀ ਚਰਨਾਂ ਵਿੱਚ ਚਿੱਤ ਲਾਣ ਦੀ ਬਰਕਤ ਇਹ ਹੈ ਕਿ ਬੰਦਾ ਸ਼ਾਂਤ ਹੋ ਜਾਂਦਾ ਹੈ। ਉਹ ਦਾਅਵੇਦਾਰਨ ਉਹਨੂੰ ਸਾੜਦੇ ਨਹੀਂ, ਉਹ ਭਰ ਪੀਓ ਕਬੀਰ ਵਾਲੀ ਅਵਸਥਾ ਹੁੰਦੀ, ਸ਼ੁਭ ਗੁਣਾਂ ਨੂੰ ਮਾਨ ਰਿਹਾ ਹੁੰਦਾ ਹੈ। ਉਹ ਅੰਦਰੋਂ ਬਿਲਕੁਲ ਪਰਮ ਸ਼ਾਂਤ ਹੁੰਦਾ ਹੈ, ਤੇ ਉਹ ਆਪਣੀ ਸ਼ਾਂਤੀ ਨੂੰ ਛੱਡਦਾ ਨਹੀਂ। ਜੋ ਕੋਟਿਕ ਮਿਲੇ ਅਸੰਤ, ਬੇਸ਼ੱਕ ਅਨੇਕਾਂ ਭੈੜੇ ਬੰਦੇ ਮਿਲ ਜਾਣ, ਵਿਕਾਰੀ ਬੰਦੇ ਮਿਲ ਜਾਣ, ਅਸ਼ਾਂਤ ਬੰਦੇ ਮਿਲ ਜਾਣ, ਕਰੋੜਾਂ ਲੋਕ ਹੋਣ, ਚਾਰ ਚੁਫੇਰੇ ਜਿਹੜੇ ਅਸ਼ਾਂਤ ਹੋਣ, ਜੋ ਵਿਕਾਰਾਂ ਵਿੱਚ ਖਚਤ ਹੋਣ, ਪਰ ਜੋ ਗੁਰੂ ਦੱਸੇ ਰਾਹਾਂ ਤੇ ਤੁਰਨ ਵਾਲਾ ਪ੍ਰਭੂ ਦਾ ਪਿਆਰਾ, ਜਿਨੇ ਆਪਣੇ ਹਿਰਦੇ ਨੂੰ ਸ਼ਾਂਤ ਕਰ ਲਿਆ ਹੈ ਵਿਕਾਰਾਂ ਵੱਲੋਂ, ਉਹ ਆਪਣੀ ਉਹ ਸ਼ਾਂਤੀ ਨੂੰ ਗਵਾਉਂਦਾ ਨਹੀਂ, ਉਹ ਸੱਚੇ ਰਾਹ ਤੋਂ ਦੂਰ ਨਹੀਂ ਜਾਂਦਾ, ਚਾਹੇ ਕਰੋੜਾਂ ਸ਼ਾਂਤ ਲੋਕ ਹੋਣ। ਤੇ ਅਗਲੀ ਪੰਕਤੀ ਵਿੱਚ ਮਿਸਾਲ ਦੇ ਕੇ ਸਮਝਾ ਰਹੇ ਨੇ, ਜੋ ਸਾਡੀ ਜ਼ਿੰਦਗੀ ਦੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਅਸੀਂ ਵੇਖ ਸਕਦੇ ਹਾਂ। ਕਹਿੰਦੇ ਨੇ, ਮਲਿਆਗਰ ਕੋਈ ਅੰਗਮ ਬੇਢਿਓ ਤਾਂ ਸ਼ੀਤਲਤਾ ਨਾ ਤਜੰਤ। ਬੇਢਿਓ ਦਾ ਮਤਲਬ ਘਿਰਿਆ ਹੋਇਆ, ਜਿਹਨੂੰ ਵੇੜਿਆ ਹੋਵੇ। ਮਲਿਆਗਰ ਦਾ ਮਤਲਬ ਮੱਲੇ ਪਰਬਤ ਉੱਤੇ ਉੱਗਾ ਹੋਇਆ ਚੰਦਨ ਦਾ ਪੇੜ। ਇੱਥੇ ਮਲਿਆਗਰ ਦਾ ਮਤਲਬ ਚੰਦਨ ਦਾ ਪੇੜ। ਕੋਈ ਅੰਗਮ ਦਾ ਮਤਲਬ ਸੱਪ। ਚੰਦਨ ਦਾ ਬੂਟਾ ਸੱਪਾਂ ਦੇ ਨਾਲ ਘਿਰਿਆ ਹੋਵੇ, ਸੱਪ ਆਣ ਕੇ ਲਪੇਟੇ ਮਾਰ ਲੈਣ, ਚਾਰ ਚੁਫੇਰੇ ਚੰਦਨ ਦੇ ਸੱਪ ਤੁਰੇ ਫਿਰਨ, ਤਾਂ ਸੱਪਾਂ ਦੇ ਵਿਹੜੇ ਰਹਿਣ ਦੇ ਨਾਲ ਚੰਦਨ ਆਪਣੀ ਸ਼ਾਂਤੀ ਥੋੜਾ ਗਵਾਉਂਦਾ ਹੈ, ਸੁਗੰਧ ਥੋੜੀ ਖਵਾਉਂਦਾ ਹੈ। ਚੰਦਨ ਕੋਈ ਜ਼ਹਿਰੀਲਾ ਥੋੜਾ ਹੋ ਜਾਂਦਾ। ਚੰਦਨ ਦੀ ਅੰਦਰ ਦੀ ਸ਼ਾਂਤੀ, ਠੰਡਕ ਨਹੀਂ ਗਵਾਚਦੀ, ਉਹਦੀ ਸੁਗੰਧ ਨਹੀਂ ਗਵਾਚਦੀ, ਬੇਸ਼ੱਕ ਸੱਪ ਚਾਰ ਚੁਫੇਰੇ ਉਹਦੇ ਲਿਪਟੇ ਹੋਏ ਹੋਣ, ਉਹ ਸੱਪਾਂ ਦੇ ਨਾਲ ਘਿਰਿਆ ਹੋਇਆ ਹੋਵੇ। ਇਸੇ ਤਰ੍ਹਾਂ ਜੋ ਰੱਬੀ ਗੁਣਾਂ ਨੂੰ ਗਾ ਕੇ ਸ਼ਾਂਤ ਹੋ ਗਿਆ ਹੈ, ਜਿਸ ਨੇ ਸ਼ਾਂਤੀ ਹਾਸਲ ਕਰ ਲਈ ਹੈ, ਉਹ ਇਨਸਾਨ ਕਦੇ ਵੀ ਆਪਣੀ ਉਸ ਸ਼ਾਂਤੀ ਨੂੰ, ਉਹਨਾਂ ਗੁਣਾਂ ਨੂੰ ਗਵਾਉਂਦਾ ਨਹੀਂ। ਬੇਸ਼ੱਕ ਇਸ ਦੁਨੀਆ ਦੇ ਅੰਦਰ ਚਾਰ ਚੁਫੇਰੇ ਕਿੰਨੇ ਵੀ ਵਿਕਾਰੀ ਮਨੁੱਖ ਹੋਣ। ਔਰ ਇਹ ਅਸੀਂ ਇਤਿਹਾਸ ਪੜ੍ਹ ਕੇ ਦੇਖ ਸਕਦੇ ਹਾਂ। ਮਲਕ ਭਾਗੋ ਕਿੰਨਾ ਉਹ ਰਿਸ਼ਵਤਖੋਰੀ, ਚੋਰ ਬਜ਼ਾਰੀ ਦੇ 2 ਨੰਬਰ ਦੇ ਧੰਦੇ ਨੇ। ਉਸ ਟਾਈਮ ਕੈਸੀ ਦਸ਼ਾ ਸੀ, ਲੇਕਿਨ ਭਾਈ ਲਾਲੋ ਬਿਲਕੁਲ ਸ਼ਾਂਤ ਨੇ। ਅੱਗੇ ਅਸੀਂ ਦੇਖਦੇ ਹਾਂ ਇਤਿਹਾਸ ਦੇ ਅੰਦਰ, ਜੋ ਅਸੀਂ ਰੋਜ਼ ਅਰਦਾਸ ਵਿੱਚ ਸ਼ਬਦਾਵਲੀ ਰਿਪੀਟ ਕਰਦੇ ਹਾਂ, ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇਤ ਸ਼ੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ। ਦੇਖੋ ਕਿੰਨੇ ਸ਼ਾਂਤ ਨੇ, ਉਹਨਾਂ ਨੇ ਆਪਣੀ ਸ਼ਾਂਤੀ ਨੂੰ, ਸੱਚਾਈ ਨੂੰ ਗਵਾਇਆ ਨਹੀਂ। ਬੇਸ਼ੱਕ ਕਰੋੜਾਂ ਲੋਕ ਮਿਲੇ, ਉਹਨਾਂ ਨੂੰ ਚਰਖੜੀਆਂ ਤੇ ਚੜਾ ਦਿੱਤਾ, ਦੇਗਾਂ ਵਿੱਚ ਉਬਾਲ ਕੇ ਵੇਖ ਲਿਆ, ਪਰ ਉਹਨਾਂ ਨੇ ਆਪਣੇ ਉਸ ਸ਼ਾਂਤੀ ਵਾਲੇ ਰਾਸਤੇ ਨੂੰ ਛੱਡਿਆ ਨਹੀਂ, ਇੰਨੀ ਦ੍ਰਿੜਤਾ। ਤਾਂ ਸਾਨੂੰ ਇਥੋਂ ਜੀਣ ਵਾਸਤੇ ਜੋ ਸਿਧਾਂਤ ਮਿਲ ਰਿਹਾ ਹੈ, ਉਹ ਇਹ ਹੈ ਕਿ ਅਸੀਂ ਸ਼ਾਂਤੀ ਹਾਸਲ ਕਰਨੀ ਹੈ। ਹਰੀ ਚਰਨਾਂ ਦੇ ਵਿੱਚ ਚਿੱਤ ਜੋੜਨ ਨਾਲ, ਰੱਬੀ ਗੁਣਾਂ ਦੇ ਨਾਲ ਚਿੱਤ ਜੋੜਿਆ, ਸਾਨੂੰ ਅੰਦਰ ਦਾ ਟਿਕਾਵ, ਅੰਦਰ ਦੀ ਸ਼ਾਂਤੀ ਮਿਲੇਗੀ। ਤੇ ਫਿਰ ਜਦੋਂ ਅੰਦਰੋਂ ਸ਼ਾਂਤ ਹੋ ਗਏ, ਫਿਰ ਉਹਦਾ ਰਿਜ਼ਲਟ ਇਹ ਨਿਕਲੇਗਾ ਕਿ ਬੇਸ਼ੱਕ ਚਾਰ ਚੁਫੇਰੇ ਅਸ਼ਾਂਤੀ ਵਾਲਾ ਵਾਤਾਵਰਨ ਵੀ ਹੋਵੇ, ਹਜ਼ਾਰਾਂ ਲੋਕ ਵੀ ਤੁਹਾਨੂੰ, ਕਰੋੜਾਂ ਲੋਕ ਵੀ ਵਿਕਾਰੀ ਮਿਲ ਜਾਣ, ਫਿਰ ਤੁਹਾਡੀ ਉਹ ਸ਼ਾਂਤੀ ਗਵਾਚੇਗੀ ਨਹੀਂ। ਤਾਂ ਸਾਨੂੰ ਹਰ ਇਨਸਾਨ ਨੂੰ ਰੱਬੀ ਗੁਣਾਂ ਦੇ ਨਾਲ ਜੁੜਨ ਦਾ ਯਤਨ ਕਰਨਾ ਚਾਹੀਦਾ ਹੈ, ਜਿਸ ਕਰਕੇ ਸਾਡਾ ਜੀਵਨ
ਔਰ ਇਸ ਸਮਾਜ ਔਰ ਸੰਸਾਰ ਦੇ ਅੰਦਰ ਸ਼ਾਂਤੀ ਵਰਤ ਸਕੇ। ਕਬੀਰ ਮਨ ਸ਼ੀਤਲ ਭਇਆ, ਪਾਇਆ ਬ੍ਰਹਮ ਗਿਆਨ, ਜਿਨ ਜਵਾਲਾ ਜਗ ਜਾਰਿਆ, ਸੋ ਜਨ ਕੇ ਉਦਕ ਸਮਾਨ। ਕਬੀਰ ਜੀ ਕਹਿੰਦੇ ਨੇ ਜਦੋਂ ਪ੍ਰਭੂ ਦੇ ਨਾਲ ਅਸੀਂ ਸਾਂਝ ਪਾਉਂਦੇ ਹਾਂ, ਰੱਬੀ ਗੁਣਾਂ ਦੇ ਨਾਲ ਜੁੜਦੇ ਹਾਂ, ਗੁਰੂ ਦੀ ਕਿਰਪਾ ਹੁੰਦੀ ਹੈ ਤੇ ਬੰਦਾ ਸ਼ਾਂਤ ਹੁੰਦਾ ਨਾ। ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ, ਜਦੋਂ ਬੰਦਾ ਸਤ ਸੰਤੋਖ ਦਇਆ ਧਰਮ ਵਾਲੀ ਜ਼ਿੰਦਗੀ ਚੰਗੀ ਜੀਂਦਾ ਹੈ, ਜਦੋਂ ਇਹਨੂੰ ਗਿਆਨ ਦੀ ਦਾਤ ਮਿਲਦੀ ਹੈ, ਜਦੋਂ ਇਹ ਗਿਆਨ ਦੀ ਸਹੀ ਵਰਤੋਂ ਕਰਦਾ ਹੈ, ਤਾਂ ਇਹਦਾ ਮਨ ਸ਼ੀਤਲ ਹੋ ਜਾਂਦਾ ਹੈ। ਬ੍ਰਹਮ ਗਿਆਨ ਦਾ ਮਤਲਬ ਰੱਬ ਦੇ ਨਾਲ ਜਾਣ ਪਛਾਣ। ਬ੍ਰਹਮ ਗਿਆਨ, ਬ੍ਰਹਮ ਦਾ ਮਤਲਬ ਰੱਬ, ਗਿਆਨ ਦਾ ਮਤਲਬ ਜਾਣਨਾ ਸਮਝਣਾ, ਜਾਣ ਪਹਿਚਾਨ ਬਣਨੀ, ਰੱਬੀ ਗੁਣਾਂ ਦੇ ਨਾਲ ਜੁੜਨਾ। ਤਾਂ ਜਦੋਂ ਬੰਦਾ ਰੱਬੀ ਗੁਣਾਂ ਦੀ ਯਾਦ ਕਰਕੇ ਰੱਬ ਦੇ ਨਾਲ ਜਾਣ ਪਛਾਣ ਪਾ ਲੈਂਦਾ ਹੈ, ਯਾਨੀ ਇਹਨੂੰ ਰੱਬੀ ਰਜਾ ਵਿੱਚ ਤੁਰਨ ਵਾਲਾ ਗਿਆਨ ਮਿਲਦਾ ਹੈ, ਉਸ ਗਿਆਨ ਰਾਹੀਂ ਜ਼ਿੰਦਗੀ ਜੀ ਕੇ ਰੱਬੀ ਗੁਣਾਂ ਦੇ ਨਾਲ ਜਦੋਂ ਸਾਂਝ ਪਾ ਲੈਂਦਾ ਹੈ, ਤਾਂ ਮਨ ਸ਼ੀਤਲ ਪਿਆ। ਉਦੋਂ ਮਨ ਠੰਡਾ ਠਾਰ ਹੋ ਜਾਂਦਾ ਹੈ, ਸ਼ੀਤਲ ਹੋ ਜਾਂਦਾ। ਉਦੋਂ ਮਨ ਵਿੱਚ ਵਿਕਾਰਾਂ ਦੀ ਅੱਗ ਨਹੀਂ ਹੁੰਦੀ, ਉਦੋਂ ਅੰਦਰ ਈਰਖਾ ਦੇ ਭਾਂਬੜ ਨਹੀਂ ਬਲਦੇ, ਹੰਕਾਰ ਦੇ ਭਾਂਬੜ ਨਹੀਂ ਬਲਦੇ, ਲੋਭ ਦੇ ਭਾਂਬੜ ਨਹੀਂ ਬਲਦੇ, ਜਾਤੀਵਾਦ ਦੇ ਭਾਂਬੜ ਨਹੀਂ ਬਲਦੇ। ਉਦੋਂ ਬੰਦਾ ਸ਼ਾਂਤ ਹੋ ਜਾਂਦਾ ਜਦੋਂ ਬ੍ਰਹਮ ਗਿਆਨ ਪਾਉਂਦਾ ਹੈ। ਹੁਣ ਇੱਥੇ ਬ੍ਰਹਮ ਗਿਆਨ ਦਾ ਮਤਲਬ ਹੈ ਬ੍ਰਹਮ ਦੇ ਨਾਲ ਜਾਣ ਪਛਾਣ ਪਾਣੀ। ਬ੍ਰਹਮ ਗਿਆਨੀ ਦਾ ਮਤਲਬ ਕੋਈ ਲੰਬੇ ਸਾਰੇ ਚੋਲੇ ਵਾਲਾ ਨਹੀਂ ਹੈ। ਬ੍ਰਹਮ ਗਿਆਨੀ ਦਾ ਮਤਲਬ ਰੱਬ ਨੂੰ ਜਾਣਨ ਵਾਲਾ, ਜਿਹੜਾ ਇਹ ਚੀਜ਼ ਸਮਝਦਾ ਹੈ ਕਿ ਜਰਰੇ ਜਰਰੇ ਦੇ ਅੰਦਰ ਪ੍ਰਭੂ ਸਮਾਇਆ ਹੈ, ਜਿਨੇ ਰੱਬੀ ਗੁਣਾਂ ਦੇ ਨਾਲ ਆਪਣੀ ਸਾਂਝ ਪਾਈ ਹੈ। ਤਾਂ ਜਦੋਂ ਗੁਰੂ ਪਾਸੋਂ ਇਹ ਗਿਆਨ ਦੀ ਦਾਤ ਮਿਲਦੀ ਹੈ, ਉਸ ਗਿਆਨ ਦੀ ਬੰਦਾ ਸਹੀ ਵਰਤੋਂ ਕਰਕੇ ਰੱਬੀ ਗੁਣਾਂ ਦੇ ਨਾਲ ਸਾਂਝ ਪਾਉਂਦਾ ਹੈ, ਉਦੋਂ ਉਹਦਾ ਮਨ ਸ਼ੀਤਲ ਹੋ ਜਾਂਦਾ ਹੈ, ਠੰਡਾ ਠਾਰ ਹੋ ਜਾਂਦਾ ਹੈ, ਵਿਕਾਰਾਂ ਦੀ ਅੱਗ ਬੁਝ ਜਾਂਦੀ ਹੈ, ਦੁੱਖ ਚਿੰਤਾਵਾਂ ਮੁੱਕ ਜਾਂਦੀਆਂ ਨੇ। ਜਿਨ ਜਵਾਲਾ ਜਗ ਜਾ ਰਿਹਾ, ਜਵਾਲਾ ਦਾ ਮਤਲਬ ਅੱਗ, ਜਗ ਜਾ ਰਿਹਾ ਦਾ ਮਤਲਬ ਜਗਤ ਨੂੰ ਸਾੜ ਦਿੱਤਾ ਹੈ, ਯਾਨੀ ਪੂਰੇ ਸੰਸਾਰ ਦੇ ਮਨੁੱਖਾਂ ਦੀਆਂ ਖੁਸ਼ੀਆਂ ਖਤਮ ਕਰ ਦਿੱਤੀਆਂ ਨੇ, ਇਨਸਾਨੀਅਤ ਖਤਮ ਕਰ ਦਿੱਤੀ ਹੈ, ਅੱਗ। ਸੋ ਜਨ ਕੇ ਉਦਕ ਸਮਾਨ, ਉਦਕ ਦਾ ਮਤਲਬ ਪਾਣੀ, ਸਮਾਨ ਦਾ ਮਤਲਬ ਬਰਾਬਰ, ਪਾਣੀ ਵਰਗੀ। ਤਾਂ ਕਬੀਰ ਜੀ ਕਹਿੰਦੇ ਨੇ ਜਿਸ ਮਾਇਆ ਦੀ ਮਲਕੀਅਤ ਦੀ ਅੱਗ ਨੇ ਸਾਰੇ ਸੰਸਾਰ ਨੂੰ ਹੀ ਸਾੜ ਦਿੱਤਾ ਹੈ, ਜੋ ਪ੍ਰਭੂ ਦਾ ਪਿਆਰਾ ਹੈ ਨਾ, ਜਨ ਦਾ ਮਤਲਬ ਰੱਬ ਦਾ ਦਾਸ, ਰੱਬੀ ਰਾਹ ਤੇ ਤੁਰਨ ਵਾਲਾ, ਰੱਬੀ ਰਜਾ ਵਿੱਚ ਤੁਰਨ ਵਾਲਾ, ਉਹਦੇ ਵਾਸਤੇ ਉਹ ਮਾਇਆ ਹੈ ਪਾਣੀ ਵਰਗੀ ਠੰਡੀ ਹੁੰਦੀ ਹੈ। ਇਹ ਚੀਜ਼ ਹੁਣ ਥੋੜਾ ਸਮਝ ਲੈਣਾ, ਕਿਉਂਕਿ ਅੱਗ ਵਰਗੀ ਔਰ ਪਾਣੀ ਵਰਗੀ, ਅੱਗ ਸਾੜਦੀ ਹੈ, ਪਾਣੀ ਦੇ ਅੰਦਰ ਠੰਡਕ ਵੀ ਹੈ, ਸ਼ੀਤਲਤਾ ਹੈ, ਪਾਣੀ ਪਿਆਸ ਵੀ ਬੁਝਾਉਂਦਾ ਹੈ। ਹੁਣ ਇਹਨਾਂ ਚੀਜ਼ਾਂ ਦੀ ਜਿਹੜੀ ਵਰਤੋਂ ਹੈ ਨਾ, ਉਹਦੇ ਤੇ ਡਿਪੈਂਡ ਕਰੇਗਾ ਕਿ ਕਿਹੜੀ ਚੀਜ਼ ਸਾਨੂੰ ਸੁਖੀ ਕਰੇਗੀ ਔਰ ਕਿਹੜੀ ਚੀਜ਼ ਸਾਨੂੰ ਦੁਖੀ ਕਰੇਗੀ। ਚੀਜ਼ਾਂ ਦਾ ਸੁੱਖ ਔਰ ਦੁੱਖ ਨਾਲ ਕੋਈ ਸੰਬੰਧ ਨਹੀਂ ਹੈ। ਚੀਜ਼ਾਂ, ਵਸਤੂਆਂ, ਦਾਤਾਂ ਸਿਰਫ ਦਾਤਾਂ ਨੇ, ਵਸਤੂਆਂ ਨੇ। ਸੁੱਖ ਔਰ ਦੁੱਖ ਉਹਨਾਂ ਦੀ ਵਰਤੋਂ ਤੇ ਡਿਪੈਂਡ ਕਰੇਗਾ ਕਿ ਅਸੀਂ ਕਿਸੇ ਚੀਜ਼ ਨੂੰ ਵਰਤਾਂਗੇ ਕਿਵੇਂ। ਮੰਨ ਲਓ ਪੈਸਾ ਹੈ, ਤਾਂ ਪੈਸੇ ਨੂੰ ਅਸੀਂ ਚੰਗਾ ਕਹੀਏ ਕਿ ਮਾੜਾ? ਪੈਸੇ ਨੂੰ ਨਾ ਅਸੀਂ ਚੰਗਾ ਕਹਿ ਸਕਦੇ ਹਾਂ, ਨਾ ਅਸੀਂ ਮਾੜਾ ਕਹਿ ਸਕਦੇ ਹਾਂ। ਪੈਸਾ ਸਿਰਫ ਪੈਸਾ ਹੈ, ਇਹਦੀ ਵਰਤੋਂ ਇਹਨੂੰ ਚੰਗਾ ਜਾਂ ਮਾੜਾ ਬਣਾਏਗੀ। ਜੇ ਅਸੀਂ ਪੈਸੇ ਨਾਲ ਜੋ ਬੇਸ਼ੱਕ ਸਾਡਾ ਆਪਣਾ ਹੀ ਕਮਾਇਆ ਹੈ, ਜੇ ਅਸੀਂ 2 ਨੰਬਰ ਦੇ ਧੰਦੇ ਕਰਕੇ ਪੈਸੇ ਕਮਾਉਂਦੇ ਆ, ਰਿਸ਼ਵਤਖੋਰੀ, ਚੋਰ ਬਜ਼ਾਰੀ, 2 ਨੰਬਰ ਦੇ ਧੰਦੇ ਕਰਕੇ, ਤਾਂ ਉਹ ਪੈਸਾ ਮਾੜਾ ਹੋ ਗਿਆ ਨਾ, ਕਿਉਂਕਿ ਮਾੜੇ ਢੰਗ ਦੇ ਨਾਲ ਕਮਾਇਆ, ਪਹਿਲੀ ਗੱਲ। ਦੂਜੀ ਗੱਲ, ਜੇ ਉਸ ਪੈਸੇ ਨਾਲ ਅਸੀਂ ਨਸ਼ੇ ਵਰਤਦੇ ਆ, ਡਰੱਗੀ ਹੋ ਜਾਂਦੇ ਆ, ਰਿਸ਼ਵਤ ਦੇ ਕੇ ਕਿਸੇ ਦਾ ਹੱਕ ਖਾ ਜਾਂਦੇ ਆ, ਉਹਨਾਂ ਪੈਸਿਆਂ ਦੇ ਨਾਲ ਕਿਸੇ ਦਾ ਨੁਕਸਾਨ ਕਰਾਉਂਦੇ ਆ, ਤਾਂ ਪੈਸਾ ਮਾੜਾ ਹੋ ਗਿਆ। ਪਰ ਜੇ ਉਹੀ ਪੈਸਾ 10 ਨਵਾਂ ਦੀ ਧਰਮ ਦੀ ਕਿਰਤ, ਇਮਾਨਦਾਰੀ ਦੀ ਕਰਕੇ ਕਮਾਉਂਦੇ ਆ, ਤਾਂ ਉਹ ਪੈਸਾ ਪਵਿੱਤਰ ਹੋ ਗਿਆ। ਉਸੇ ਪੈਸੇ ਨਾਲ ਆਪਣੇ ਬੱਚਿਆਂ ਨੂੰ ਪਾਲਦੇ ਆ, ਪਰਿਵਾਰ ਨੂੰ ਪਾਲਦੇ ਆ, ਬੱਚਿਆਂ ਨੂੰ ਚੰਗੀ ਸਿੱਖਿਆ ਦਿੰਦੇ ਆ, ਉਹਦੇ ਨਾਲ ਅਸੀਂ ਜਰਨਲ ਨੌਲੇਜ ਜਾਂ ਹੋਰ ਵਿਦਿਆ ਹਾਸਲ ਕਰਦੇ ਆ,
ਤੇ ਨਾਲ ਉਸ ਪੈਸੇ ਦੇ ਜੇ ਸਾਡੇ ਕੋਲ ਵਾਧੂ ਹੈ ਥੋੜਾ ਬਹੁਤਾ, ਤੇ ਅਸੀਂ ਕਿਸੇ ਦਾ ਸਹਿਯੋਗ ਕਰ ਦਿੰਦੇ ਹਾਂ, ਕਿਸੇ ਗਰੀਬ ਦੀ ਹੈਲਪ ਕਰ ਦਿੰਦੇ ਹਾਂ, ਕਿਸੇ ਬਿਮਾਰ ਨੂੰ ਦਵਾਈ ਦਵਾ ਦਿੰਦੇ ਹਾਂ, ਕਿਸੇ ਭੁੱਖੇ ਨੂੰ ਪ੍ਰਸ਼ਾਦਾ ਖਵਾ ਦਿੰਦੇ ਹਾਂ, ਤਾਂ ਉਹ ਪੈਸਾ ਚੰਗਾ ਹੋ ਜਾਏਗਾ। ਤਾਂ ਕਬੀਰ ਜੀ ਕਹਿੰਦੇ ਨੇ ਜਿੱਥੇ ਇਹ ਸਾਰਾ ਜਗਤ ਔਰ ਜਿੱਥੇ ਸੋਚ ਬੰਦੇ ਵਾਸਤੇ ਅੱਗ ਵਰਗੀ ਸੀ ਨਾ, ਸਾਡੀ ਸੋਚ ਹੀ ਹੈ ਨਾ ਜਿਹੜੀ ਆਮ ਬੰਦੇ ਵਾਸਤੇ ਅੱਗ ਦੀ ਤਰ੍ਹਾਂ ਹੈ। ਸੋਚ ਦੇ ਅੰਦਰ ਕ੍ਰੋਧ ਹੈ, ਮਾਨਸਿਕਤਾ ਸਾਡੀ ਮਾੜੀ ਹੈ, ਸਾਡੀ ਇਸ ਮਾਨਸਿਕਤਾ ਨੇ ਹੀ ਸਾਨੂੰ ਸਾੜਿਆ ਹੋਇਆ ਹੈ, ਸੋਚ ਨੇ। ਤੇ ਕਬੀਰ ਜੀ ਕਹਿੰਦੇ ਨੇ ਉਹੀ ਸੋਚ ਰੱਬ ਦੇ ਪਿਆਰਿਆਂ ਵਾਸਤੇ ਪਾਣੀ ਵਰਗੀ ਹੋ ਜਾਂਦੀ ਹੈ, ਅੱਗ ਨੂੰ ਬੁਝਾਉਣ ਵਾਲੀ ਹੋ ਜਾਂਦੀ ਹੈ, ਸ਼ਾਂਤੀ ਦੇਣ ਵਾਲੀ ਹੋ ਜਾਂਦੀ ਹੈ। ਇਹ ਜ਼ਬਾਨ ਸਾਡੀ, ਇਹ ਅੱਗ ਵਰਗੀ ਵੀ ਹੋ ਸਕਦੀ ਹੈ, ਪਾਣੀ ਵਰਗੀ ਵੀ ਹੋ ਸਕਦੀ ਹੈ। ਕਿਵੇਂ ਸਾਡੇ ਰਾਜਨੀਤਿਕਾਂ ਦਾ ਇੱਕ ਹੀ ਬਿਆਨ ਜਿਹੜਾ ਹੈ ਉਹ ਦੇਸ਼ ਦੇ ਵਿੱਚ ਅੱਗ ਲਾ ਦਿੰਦਾ ਹੈ, ਅਫਰਾ ਤਫਰੀ ਮਚ ਜਾਂਦੀ ਹੈ, ਅੱਗ ਵਰਗੀ ਹੋ ਗਈ ਨਾ ਜ਼ਬਾਨ। ਤੇ ਕਿਵੇਂ ਇੱਕ ਚੰਗੇ ਬੰਦੇ ਦਾ ਕੋਈ ਬਿਆਨ ਲੋਕਾਂ ਨੂੰ ਸ਼ਾਂਤ ਕਰ ਦਿੰਦਾ ਹੈ। ਘਰਾਂ ਦੇ ਵਿੱਚ ਸਾਡੀ ਜ਼ਬਾਨ ਦੇ ਬੋਲੇ ਹੋਏ ਬੋਲ ਅੱਗ ਵਰਗੇ ਬਣ ਜਾਂਦੇ ਨੇ, ਔਰ ਸਾਡੀਆਂ ਖੁਸ਼ੀਆਂ ਸੜ ਜਾਂਦੀਆਂ ਨੇ, ਪਰਿਵਾਰ ਟੁੱਟ ਜਾਂਦੇ ਨੇ, ਰਿਸ਼ਤੇ ਬਿਖਰ ਜਾਂਦੇ ਨੇ, ਸਿਰਫ ਸਾਡੀ ਜ਼ਬਾਨ। ਤੇ ਇਹ ਜ਼ਬਾਨ ਟੁੱਟੇ ਹੋਏ ਰਿਸ਼ਤਿਆਂ ਨੂੰ ਨੇੜੇ ਲੈ ਆਉਂਦੀ ਹੈ, ਅਸ਼ਾਂਤੀ ਦੇ ਅੰਦਰ ਸ਼ਾਂਤੀ ਵਰਤਾ ਦਿੰਦੀ ਹੈ। ਤਾਂ ਇਹਦਾ ਮਤਲਬ ਜ਼ਬਾਨ ਨਾ ਆਪਣੇ ਆਪ ਵਿੱਚ ਚੰਗੀ ਹੈ ਨਾ ਮਾੜੀ, ਇਹਦੀ ਵਰਤੋਂ ਕਿਵੇਂ ਕਰਾਂਗੇ। ਤਾਂ ਕਬੀਰ ਜੀ ਕਹਿੰਦੇ ਨੇ ਇਹ ਸ੍ਰਿਸ਼ਟੀ, ਇਹ ਮਾਇਆ, ਇਹ ਸੰਸਾਰ, ਇਹ ਪੈਸਾ, ਇਹ ਜੀਵਨ ਜੋ ਆਮ ਬੰਦੇ ਲਈ, ਜਿਨਨੇ ਆਮ ਬੰਦੇ ਦੇ ਜੀਵਨ ਨੂੰ ਜਾਲ ਕੇ ਰਾਖ ਕਰ ਦਿੱਤਾ ਹੈ, ਆਤਮਿਕ ਜੀਵਨ ਨੂੰ, ਕਿਉਂਕਿ ਉਹਨੇ ਇਸ ਜੀਵਨ ਦੀ ਸੋਚ ਦੀ ਗਲਤ ਵਰਤੋਂ ਕੀਤੀ ਹੈ। ਲੇਕਿਨ ਜਨ ਕੇ ਉਦਕ ਸਮਾਨ ਦਾ ਮਤਲਬ ਜੋ ਰੱਬ ਦੇ ਪਿਆਰੇ ਨੇ, ਜੋ ਰੱਬ ਦੀ ਰਜ਼ਾ ਔਰ ਭਾਣੇ ਵਿੱਚ ਤੁਰਨ ਵਾਲੇ, ਰੱਬੀ ਗੁਣ ਗਾਉਣ ਵਾਲੇ ਨੇ, ਉਹਨਾਂ ਵਾਸਤੇ ਇਹ ਸੰਸਾਰ, ਇਹ ਜੀਵਨ ਪਾਣੀ ਵਰਗਾ ਹੈ। ਪਾਣੀ ਵਿੱਚ ਠੰਡਕ ਵੀ ਹੈ, ਪਾਣੀ ਵਿੱਚ ਸ਼ੀਤਲਤਾ, ਪਾਣੀ ਵਿੱਚ ਸ਼ੁੱਧਤਾ, ਪਾਣੀ ਵਿੱਚ ਨਿਮਰਤਾ, ਪਾਣੀ ਪਿਆਸ ਬੁਝਾਉਣ ਵਾਲਾ, ਪਾਣੀ ਜੀਵਨ ਦੇਣ ਵਾਲਾ ਹੈ। ਅੱਗ ਜੀਵਨ ਨੂੰ ਖਤਮ ਕਰਨ ਵਾਲੀ ਹੈ, ਪਾਣੀ ਜੀਵਨ ਦੇਣ ਵਾਲਾ। ਤਾਂ ਅਸੀਂ ਵੀ ਇਸ ਸੰਸਾਰ ਦੇ ਅੰਦਰ ਆਪਣੇ ਜੀਵਨ ਨੂੰ, ਪਦਾਰਥਾਂ ਨੂੰ, ਰਿਸ਼ਤਿਆਂ ਨੂੰ ਇਸ ਢੰਗ ਦੇ ਨਾਲ ਵਰਤ ਸਕਦੇ ਹਾਂ ਕਿ ਸਾਡੀ ਜ਼ਿੰਦਗੀ ਅੰਦਰ ਸੁਖ ਸ਼ਾਂਤੀ, ਖੇੜਾ ਪ੍ਰਸੰਨਤਾ ਬਣਿਆ ਰਹੇ। ਅਗਲੇ ਸ਼ਲੋਕ ਵਿੱਚ ਬਚਨ ਕਰਦੇ ਨੇ ਕਬੀਰ, ਸਾਰੀ ਸਿਰਜਣਹਾਰ ਕੀ ਜਾਣੈ ਨਾਹੀ ਕੋਏ, ਕਹਿ ਜਾਣੈ ਆਪਨ ਤਨੀ, ਕਹਿ ਦਾਸ ਦੀਵਾਨੀ ਹੋਏ। ਇੱਥੇ ਸਾਰੀ ਸ਼ਬਦ ਦੇ ਕਈ ਸਾਰੇ ਅਰਥ ਕੀਤੇ ਨੇ। ਕਈਆਂ ਲੋਕਾਂ ਨੇ ਤੇ ਸਾਰੀ ਦਾ ਅਰਥ ਕੀਤਾ ਹੈ ਮਾਇਆ, ਪੈਸਾ ਆਦਿਕ, ਮਾਇਆ ਵਗੈਰਾ। ਸ਼ਬਦਾਰਥ ਵਾਲੇ ਇਹਦਾ ਅਰਥ ਕਰਦੇ ਨੇ ਨਾਰਦ, ਨਰਦ, ਖੇਡ। ਇੱਥੇ ਸਾਰੀ ਦਾ ਮਤਲਬ ਹੈ ਸਾਜੀ ਹੋਈ, ਬਣਾਈ ਹੋਈ ਇਹ ਸ੍ਰਿਸ਼ਟੀ, ਖੇਲ। ਸਿਰਜਣਹਾਰ ਕੀ ਦਾ ਮਤਲਬ ਰੱਬ ਦੀ ਜੋ ਸਿਰਜਣ ਵਾਲਾ ਹੈ। ਜਾਣੇ ਨਾ ਹੀ ਕੋਈ, ਇਹ ਗੱਲ ਹਰ ਸ਼ਖਸ ਨਹੀਂ ਜਾਣਦਾ ਕਿ ਇਹ ਜੋ ਖੇਡ ਹੈ ਪਰਮਾਤਮਾ ਦੀ ਬਣਾਈ ਹੋਈ ਹੈ, ਰੱਬ ਦੀ ਬਣਾਈ ਹੈ। ਰੱਬ ਦੀ ਬਣਾਈ ਹੋਈ ਹੈ, ਖੇਲ ਹੈ, ਖੇਡ ਹੈ। ਇਸ ਗੱਲ ਨੂੰ ਹਰ ਬੰਦਾ ਨਹੀਂ ਸਮਝਦਾ, ਔਰ ਵਾਸਤਵ ਦੇ ਵਿੱਚ ਹਕੀਕਤ ਹੈ ਆਮ ਬੰਦਾ ਇਸ ਚੀਜ਼ ਨੂੰ ਸਮਝ ਵੀ ਨਹੀਂ ਪਾ ਰਿਹਾ। ਆਮ ਤਾਂ ਬੰਦੇ ਨੇ ਇਸ ਜ਼ਿੰਦਗੀ ਨੂੰ ਜੰਗ ਦਾ ਅਖਾੜਾ ਬਣਾਇਆ ਹੋਇਆ ਹੈ, ਇਸ ਜ਼ਿੰਦਗੀ ਨੂੰ ਜੰਗ ਦਾ ਅਖਾੜਾ ਬਣਾਇਆ ਹੋਇਆ ਹੈ, ਔਰ ਸੰਗਰਾਮ ਦੀ ਤਰ੍ਹਾਂ ਇਸ ਸੰਸਾਰ ਦੇ ਅੰਦਰ ਇਹ ਜੀ ਰਿਹਾ ਹੈ। ਇੱਕ ਦੇਸ਼ ਦੂਜੇ ਦੇਸ਼ ਵਾਸਤੇ ਮਿਜ਼ਾਈਲਾਂ, ਟੈਂਕ, ਤੋਪਾਂ ਆਦਿਕ ਬਣਾ ਰਿਹਾ ਹੈ। ਇੱਕ ਬੰਦਾ ਦੂਜੇ ਨੂੰ ਠਿੱਬੀ ਲਾਉਣ ਵਾਸਤੇ ਹਰ ਥਾਂ ਦੇ ਉੱਤੇ ਤਿਆਰ ਹੈ। ਇੱਕ ਬੰਦਾ ਦੂਜੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਿਹਾ ਹੈ। ਇਹ ਤੇ ਹੋ ਗਿਆ ਜੰਗ। ਲੇਕਿਨ ਖੇਡ ਦੇ ਅੰਦਰ ਐਸਾ ਨਹੀਂ ਹੁੰਦਾ, ਜਿੱਤ ਹਾਰ ਖੇਡ ਵਿੱਚ ਵੀ ਹੁੰਦੀ ਹੈ, ਪਰ ਖੇਡ ਦੇ ਅੰਦਰ ਦੁਸ਼ਮਣੀ ਨਹੀਂ ਹੁੰਦੀ। ਖੇਲ ਦੇ ਅੰਦਰ ਹਰ ਬੰਦਾ ਆਪਣੇ ਪਾਰਟ ਨੂੰ ਬਾਖੂਬੀ ਨਿਭਾਉਂਦਾ ਹੈ। ਜਿਵੇਂ ਮੰਨ ਲਓ ਕ੍ਰਿਕਟ ਵਗੈਰਾ ਹੈ, ਹੁਣ 11 ਖਿਡਾਰੀ ਨੇ ਨਾ,
ਤੇ 11 ਦੇ 11 ਖਿਲਾੜੀ ਆਪਣੇ ਆਪਣੇ ਪਾਰਟ ਨੂੰ ਜਦੋਂ ਸਹੀ ਢੰਗ ਦੇ ਨਾਲ ਨਿਭਾਣਗੇ ਤੇ ਉਹ ਟੀਮ ਜਿੱਤ ਜਾਂਦੀ ਹੈ। ਜੇ ਕੋਈ ਵਿੱਚੋਂ ਇੱਕ ਦਾ ਖਿਡਾਰੀ ਆਪਣੇ ਉਸ ਪਾਰਟ ਨੂੰ ਨਹੀਂ ਸਹੀ ਨਿਭਾ ਪਾਇਆ, ਟੀਮ ਹਾਰ ਜਾਏਗੀ। ਕਈ ਵਾਰ ਐਸਾ ਹੁੰਦਾ ਹੈ ਕਿ ਬਹੁਤ ਸਾਰੀਆਂ ਟੀਮਾਂ ਖੇਲਣ ਵਾਸਤੇ ਆਈਆਂ ਨੇ, ਪਰ ਉਹ ਟੀਮ ਜਿਹੜੀ ਹੈ ਕੋਈ ਹਾਰ ਗਈ ਹੈ, ਪਰ ਮੈਨ ਆਫ ਦਾ ਮੈਚ ਉਸ ਹਾਰੀ ਵਾਲੀ ਟੀਮ ਦੇ ਕਿਸੇ ਖਿਡਾਰੀ ਨੂੰ ਮਿਲ ਜਾਂਦਾ ਹੈ। ਹੁਣ ਦੇਖੋ 10 ਟੀਮਾਂ ਆਈਆਂ ਤੇ ਮੈਨ ਆਫ ਦਾ ਮੈਚ ਜਿਸ ਬੰਦੇ ਨੂੰ ਮਿਲਿਆ, ਉਸ ਬੰਦੇ ਨੂੰ ਮਿਲਿਆ ਜਿਨ੍ਹਾਂ ਦੀ ਟੀਮ ਹਾਰ ਗਈ ਹੈ। ਤਾਂ ਇਹ ਤਾਂ ਦੁਖਾਂਤ ਜਿਹਾ ਲੱਗਦਾ ਹੈ ਨਾ, ਪਰ ਗੱਲ ਇਹ ਨਹੀਂ ਹੈ। ਗੱਲ ਇਹ ਹੈ ਕਿ ਬੇਸ਼ੱਕ ਟੀਮ ਹਾਰ ਗਈ, ਪਰ ਉਸ ਬੰਦੇ ਨੇ ਪੂਰੀ ਦੀ ਪੂਰੀ ਖੇਡ ਦੇ ਨਿਯਮਾਂ ਨੂੰ ਬੜੇ ਢੰਗ ਦੇ ਨਾਲ ਪਾਲਨ ਕੀਤਾ, ਔਰ ਜਿਹੜਾ ਉਹਨੂੰ ਪਾਰਟ ਦਿੱਤਾ ਗਿਆ ਸੀ ਉਹਨੂੰ ਬੜੀ ਸ਼ਿੱਦਤ ਦੇ ਨਾਲ ਬਾਖੂਬੀ ਨਿਭਾਇਆ, ਤਨਦੇਹੀ ਦੇ ਨਾਲ। ਇਸੇ ਤਰ੍ਹਾਂ ਇਹ ਸੰਸਾਰ ਵੀ ਇੱਕ ਖੇਲ ਹੈ। ਜੇ ਇਹਨੂੰ ਖੇਲ ਸਮਝਿਆ ਜਾਏ ਤਾਂ ਫਿਰ ਸਾਡੀ ਜ਼ਿੰਦਗੀ ਸੁਖੀ ਔਰ ਸ਼ਾਂਤ ਹੋ ਸਕਦੀ ਹੈ। ਕਿਵੇਂ? ਜਿਵੇਂ ਸਾਡਾ ਇੱਕ ਪਰਿਵਾਰ ਹੈ, ਪਰਿਵਾਰ ਵਿੱਚ ਮਾਂ-ਬਾਪ ਨੇ, ਅੱਗੋਂ ਬੱਚੇ ਨੇ, ਨੂੰਹ ਪੁੱਤਰ ਨੇ, ਪੋਤਰੀਆਂ ਪੋਤਰੇ ਨੇ। ਜੇ ਅਸੀਂ ਇੰਨਾ ਕੁ ਪਰਿਵਾਰ ਲਈਏ ਤਾਂ ਇੱਥੇ ਦਾਦੀ ਔਰ ਦਾਦਾ, ਇਹ ਰੋਲ ਮਿਲਿਆ ਨਾ, ਰੋਲ ਮਿਲਿਆ ਹੈ ਤੇ ਇਸ ਰੋਲ ਨੂੰ ਨਿਭਾਉਣਾ ਹੈ। ਜੇ ਦਾਦੀ ਦਾਦਾ ਇਮਾਨਦਾਰੀ ਦੇ ਨਾਲ ਆਪਣੇ ਫਰਜ਼ਾਂ ਨੂੰ ਨਿਭਾ ਰਹੇ ਨੇ ਤੇ ਉਹ ਜੇਤੂ ਹੋ ਜਾਣਗੇ। ਮਾਂ-ਬਾਪ ਆਪਣੇ ਫਰਜ਼ਾਂ ਨੂੰ ਨਿਭਾਉਣ, ਬੱਚੇ ਆਪਣੇ ਫਰਜ਼ਾਂ ਨੂੰ ਜਿਹੜਾ ਉਹਨਾਂ ਨੂੰ ਪਾਰਟ ਮਿਲਿਆ ਹੈ ਇਮਾਨਦਾਰੀ ਦੇ ਨਾਲ ਨਿਭਾਉਣ, ਖੇਲ ਦੀ ਤਰ੍ਹਾਂ, ਤਾਂ ਪਰਿਵਾਰ ਸੁਖੀ ਔਰ ਸ਼ਾਂਤ ਹੋ ਜਾਏਗਾ। ਇਸੇ ਤਰ੍ਹਾਂ ਇਸ ਦੁਨੀਆ ਦੇ ਅੰਦਰ ਜੋ ਵੀ ਪਾਰਟ ਸਾਨੂੰ ਮਿਲੇ ਨੇ, ਰੋਲ ਮਿਲਿਆ ਹੈ, ਖੇਲ ਦੀ ਤਰ੍ਹਾਂ ਖੇਲਿਆ ਜਾਏ, ਇਹ ਸੰਸਾਰ ਸੁਖੀ ਹੋ ਜਾਏਗਾ। ਪਰ ਇੱਥੇ ਤਾਂ ਜੰਗ ਦੀ ਤਰ੍ਹਾਂ ਖੇਲਿਆ ਜਾ ਰਿਹਾ ਹੈ। ਇਸ ਲਈ ਇਸ ਜੀਵਨ ਨੂੰ ਖੇਡ ਦੀ ਤਰ੍ਹਾਂ ਖੇਲੋ, ਫਿਰ ਖੁਸ਼ੀਆਂ ਮਿਲਣਗੀਆਂ। ਜੇ ਇਹਨੂੰ ਜੰਗ ਬਣਾਓਗੇ ਤਾਂ ਦੁਖਾਂਤ ਵਾਪਰੇਗਾ। ਤਾਂ ਕਬੀਰ ਜੀ ਕਹਿ ਰਹੇ ਨੇ, ਇਹ ਕੋਈ ਵਿਰਲਾ ਜਾਣਦਾ ਹੈ ਕਿ ਇਹ ਖੇਲ ਪ੍ਰਭੂ ਦੀ ਰਚੀ ਹੋਈ ਹੈ ਔਰ ਇਹ ਰੱਬੀ ਹੁਕਮ ਦੇ ਅੰਦਰ ਚੱਲ ਰਹੀ ਹੈ। ਹੁਕਮ ਤੋਂ ਬਾਹਰ ਕੁਝ ਹੋ ਨਹੀਂ ਸਕਦਾ। ਇਸ ਚੀਜ਼ ਨੂੰ ਕੌਣ ਸਮਝਦਾ ਹੈ? ਕਹਿ ਜਾਣੈ ਆਪਨ ਧਨੀ। ਆਪਨ ਧਨੀ ਦਾ ਮਾਲਕ ਪ੍ਰਭੂ ਆਪ। ਧਨੀ ਦਾ ਮਤਲਬ ਮਾਲਕ, ਆਪਨ ਧਨੀ ਦਾ ਮਤਲਬ ਮਾਲਕ ਆਪ। ਕਹਿ ਦਾ ਮਤਲਬ ਜਾਂ। ਕਹਿ ਦਾਸ ਦੀਵਾਨੀ ਹੋਏ। ਦੇਖੋ ਇੱਥੇ ਦੀਵਾਨੀ ਸ਼ਬਦ ਸਾਨੂੰ ਲੱਗ ਰਿਹਾ ਹੈ ਕਿ ਜਿਵੇਂ ਫੀਮੇਲ ਜੈਂਡਰ ਹੋਵੇ ਦੀਵਾਨਾ ਤੇ ਉਹਦਾ ਫੀਮੇਲ ਜੈਂਡਰ ਦੀਵਾਨੀ, ਪਰ ਇਹ ਦੀਵਾਨੀ ਫੀਮੇਲ ਜੈਂਡਰ ਨਹੀਂ ਹੈ। ਜੇ ਫੀਮੇਲ ਜੈਂਡਰ ਹੁੰਦਾ ਤੇ ਦਾਸ ਤੇ ਸੱਸੇ ਥੱਲੇ ਔਂਕੜ ਨਹੀਂ ਸੀ ਆਉਣਾ। ਦਾਸ ਮੇਲ ਜੈਂਡਰ ਹੈ। ਇਸ ਲਈ ਦੀਵਾਨੀ ਦਾ ਮਤਲਬ ਹੈ ਦੀਵਾਨ ਵਿੱਚ ਰਹਿਣ ਵਾਲਾ। ਦੀਵਾਨ ਵਿੱਚ ਰਹਿਣ ਵਾਲਾ ਯਾਨੀ ਰੱਬ ਦੀ ਹਜ਼ੂਰੀ ਵਿੱਚ ਰਹਿਣ ਵਾਲਾ, ਰੱਬੀ ਹੁਕਮ ਵਿੱਚ ਤੁਰਨ ਵਾਲਾ। ਇਸ ਭੇਤ ਨੂੰ ਜਾਂ ਤੇ ਪ੍ਰਭੂ ਆਪ ਸਮਝਦਾ ਹੈ ਕਿ ਸ੍ਰਿਸ਼ਟੀ ਸਾਰੀ ਹੁਕਮ ਵਿੱਚ ਚੱਲ ਰਹੀ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ, ਤੇ ਜਾਂ ਫਿਰ ਇਸ ਚੀਜ਼ ਨੂੰ ਸਮਝਦਾ ਹੈ ਕਿ ਦਾਸ ਦੀਵਾਨੀ ਹੋਏ। ਜਿਹੜਾ ਦਾਸ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ ਹੈ, ਹਜ਼ੂਰੀ ਵਿੱਚ ਰਹਿਣ ਵਾਲਾ ਹੈ, ਉਹਨੂੰ ਪਤਾ ਹੁੰਦਾ ਹੈ। ਉਹ ਫਿਰ ਮਾਇਆ ਦੀ ਸੜਨ ਤੋਂ ਬਚ ਜਾਂਦਾ ਹੈ। ਉਹ ਫਿਰ ਮਾਇਆ ਦੀ ਸੜਨ ਤੋਂ ਬਚਣ ਵਾਸਤੇ ਮਾਇਆ ਨੂੰ, ਸੰਸਾਰ ਨੂੰ ਰਚਨ ਵਾਲੇ ਦੇ ਚਰਨਾਂ ਨਾਲ ਜੁੜਦਾ ਹੈ, ਉਹਦੇ ਗੁਣਾਂ ਦੇ ਨਾਲ ਜੁੜਦਾ ਹੈ, ਰੱਬੀ ਰਜ਼ਾ ਦੇ ਵਿੱਚ ਤੁਰਦਾ ਹੈ। ਉਹਨੂੰ ਸਮਝ ਹੁੰਦੀ ਹੈ ਕਿ ਇਹ ਜਿਹੜਾ ਸਾਰਾ ਸੰਸਾਰ ਹੈ, ਜੋ ਖੇਲ ਹੈ, ਇਹ ਰੱਬੀ ਰਜ਼ਾ ਦੇ ਅੰਦਰ ਕੁਝ ਨੇਮਾਂ ਦੇ ਅੰਦਰ ਚੱਲ ਰਿਹਾ ਹੈ। ਲਾ ਆਫ ਨੇਚਰ ਵਿੱਚ ਕੁਦਰਤੀ ਨੇਮ ਨੇ, ਨਿਯਮਾਵਲੀ ਹੈ, ਉਹਨਾਂ ਅਨੁਸਾਰ ਜ਼ਿੰਦਗੀ ਇਹ ਸੰਸਾਰ ਚੱਲ ਰਿਹਾ ਹੈ। ਚਾਹੇ ਸੂਰਜ ਹੈ, ਚੰਦਰਮਾ ਹੈ, ਤਾਰੇ ਨੇ, ਗ੍ਰਹਿ ਨਕਸ਼ਤਰ ਨੇ, ਆਕਾਸ਼ ਗੰਗਾਵਾਂ ਨੇ, ਜੀਵ ਜੰਤ ਨੇ, ਚਾਹੇ ਮਨੁੱਖ ਮਾਤਰ ਹੈ, ਵਨਸਪਤੀ ਹੈ, ਹਰ ਚੀਜ਼ ਸਿਸਟਮ ਦੇ ਅੰਦਰ ਹੈ। ਸਿਸਟਮ ਤੋਂ ਬਾਹਰ ਕੁਝ ਨਹੀਂ। ਹੁਕਮ, ਰਜ਼ਾ, ਇਸ ਗੱਲ ਨੂੰ ਜਾਂ ਪ੍ਰਭੂ ਜਾਣਦਾ ਹੈ ਜਾਂ ਪ੍ਰਭੂ ਦਾ ਪਿਆਰਾ ਜਾਣਦਾ। ਤਾਂ ਇੱਥੋਂ ਸਾਨੂੰ ਜੀਣ ਵਾਸਤੇ ਕਿਹੜੀ ਚੀਜ਼ ਮਿਲ ਰਹੀ ਹੈ ਕਿ ਇਹ ਸਾਰੀ ਸੰਸਾਰ ਦੀ ਜਿਹੜੀ ਖੇਲ ਹੈ ਇਹ ਰੱਬ ਦੀ ਬਣਾਈ ਹੈ। ਅਸੀਂ ਇਹਨੂੰ ਖੇਲ ਦੀ ਤਰ੍ਹਾਂ ਖੇਲਣਾ ਹੈ। ਹਰ ਖੇਲ ਦੇ ਕੁਝ ਨਿਯਮ ਹੁੰਦੇ ਨੇ, ਜੋ ਉਹਨਾਂ ਨਿਯਮਾਂ ਅਨੁਸਾਰ ਖੇਲ ਖੇਲਦਾ ਹੈ ਉਹਨਾਂ ਲੋਕਾਂ ਨੂੰ ਇਨਾਮ ਮਿਲਦਾ ਹੈ, ਉਹ ਲੋਕ ਜੇਤੂ ਬਣਦੇ ਨੇ। ਉਹਨਾਂ ਨਿਯਮਾਂ ਨੂੰ ਜੇ ਕੋਈ ਫੋਲੋ ਨਹੀਂ ਕਰੇਗਾ ਤੇ ਉਹ ਲੋਕ ਹਾਰ ਜਾਂਦੇ ਨੇ।
ਇਸ ਲਈ ਅਸੀਂ ਰੱਬੀ ਰਜ਼ਾ ਦੇ ਵਿੱਚ ਰਹਿਣਾ ਹੈ, ਆਪਣੇ ਮਨ ਨੂੰ ਜਿੱਤਣਾ ਹੈ, ਔਰ ਮਨ ਨੂੰ ਜਿੱਤ ਕੇ ਵਿਸ਼ਵ ਵਿਜੇਤਾ ਬਣਨਾ ਹੈ। ਮਨ ਜੀਤੈ ਜਗ ਜੀਤ। ਤਾਂ ਕਿੰਨਾ ਸੌਖਾ ਸਾਧਨ, ਕਿੰਨੀ ਸੌਖੀ ਜ਼ਿੰਦਗੀ ਗੁਰੂ ਜੀ ਨੇ ਸਾਡੀ ਬਣਾ ਦਿੱਤੀ ਹੈ, ਜੇ ਅਸੀਂ ਇਹਨਾਂ ਚੀਜ਼ਾਂ ਨੂੰ ਅਪਣਾ ਲਈਏ। ਨਹੀਂ ਤਾਂ ਯਾਦ ਰੱਖਣਾ, ਕਬੀਰ ਪਾਲ ਸਮੂਹਾ ਸਰਵਰ ਪਰਾ ਪੀ ਨਾ ਸਕੇ, ਕੋਈ ਨੀਰ ਵਾਲੀ ਅਵਸਥਾ ਬਣ ਜਾਏਗੀ। ਕਿ ਕਿੰਨਾ ਗਿਆਨ ਗੁਰਬਾਣੀ ਤੋਂ ਸਾਨੂੰ ਮਿਲ ਰਿਹਾ ਹੈ, ਕਿੰਨਾ ਸੌਖਾ ਜੀਵਨ ਮਿਲ ਰਿਹਾ ਹੈ। ਚਾਰ ਚਫੇਰੇ ਖੁਸ਼ੀਆਂ ਖੇੜੇ ਆਨੰਦ ਪ੍ਰਸੰਨਤਾ ਫੈਲੀ ਹੋਈ ਹੈ। ਹਰ ਇਨਸਾਨ ਦੇ ਅੰਦਰ ਪੋਸੀਬਿਲਿਟੀਜ਼ ਨੇ, ਹਰ ਇਨਸਾਨ ਦੇ ਅੰਦਰ ਵੱਡੀਆਂ ਵੱਡੀਆਂ ਸੰਭਾਵਨਾਵਾਂ ਨੇ, ਹਰ ਇਨਸਾਨ ਦੇ ਅੰਦਰ ਐਸਾ ਬਲ ਔਰ ਐਸਾ ਤਾਕਤ ਹੈ ਕਿ ਉਹ ਰੱਬੀ ਰਜ਼ਾ ਦੇ ਅੰਦਰ ਚੱਲ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰ ਸਕਦਾ ਹੈ। ਤੇ ਸਾਨੂੰ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨਾ ਚਾਹੀਦਾ ਹੈ। ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਹੁਣ ਜਿਨ੍ਹਾਂ ਵੀਰਾਂ ਭੈਣਾਂ ਨੇ ਕੋਈ ਸਵਾਲ ਪੁੱਛਣਾ ਹੈ, ਜੋ ਅੱਜ ਅਸਾਂ ਵਿਚਾਰ ਕੀਤੀ ਹੈ, ਇਹਦੇ ਚੋਂ ਕੋਈ ਸਵਾਲ ਪੁੱਛਣਾ ਹੈ ਤਾਂ ਆਪ ਅਨਮਿਊਟ ਹੋ ਜਾਓ, ਬਾਰ-ਬਾਰ ਕਹਿਣਾ ਨਾ ਪਵੇ ਭਾਈ ਸਾਹਿਬ ਨੂੰ। ਔਰ ਜਿਨ੍ਹਾਂ ਨੇ ਆਪਣੇ ਵਿਊਜ਼ ਦੇਣੇ ਨੇ, ਵਿਚਾਰ ਦੇਣੇ ਨੇ, ਉਹ ਵੀ ਅਨਮਿਊਟ ਹੋ ਜਾਣ। ਤੇ ਫੇਸਬੁੱਕ ਤੇ ਜਿਹੜੇ ਮੇਰੇ ਵੀਰ ਭੈਣਾਂ ਸਰਵਣ ਕਰ ਰਹੇ ਨੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੋ ਆਪ ਇੰਨਾ ਪਿਆਰ ਬਖਸ਼ਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।